ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਦੇ BA ਭਾਗ ਪਹਿਲਾ ਦੇ ਵਿਦਿਆਰਥੀਓ, ਤੁਹਾਡੇ ਪੰਜਾਬੀ ਲਾਜ਼ਮੀ ਦੇ ਵਿਸ਼ੇ ਵਿੱਚ ਸ਼ਾਮਲ ਕੀਤੀ ਗਈ ਪਾਠ ਪੁਸਤਕ ਕਹਾਣੀ ਸੰਗ੍ਰਹਿ ਕਥਾ ਪੰਜਾਬ, ਜਿਸ ਦੇ ਸੰਪਾਦਕ ਡਾਕਟਰ ਹਰਭਜਨ ਸਿੰਘ ਹਨ, ਵਿੱਚ ਪੰਜਾਬੀ ਕਹਾਣੀ ਨਾਲ ਸੰਬੰਧਿਤ ਪ੍ਰਮੁੱਖ ਕਹਾਣੀਕਾਰਾਂ ਦੀਆਂ ਪ੍ਰਤੀਨਿਧ ਕਹਾਣੀਆਂ ਸ਼ਾਮਲ ਕੀਤੀਆਂ ਗਈਆਂ। ਅੱਜ ਦੇ ਲੈਕਚਰ ਦੇ ਵਿੱਚ ਆਪਾਂ ਇਸ ਕਥਾ ਕਿਤਾਬ ਦੇ ਵਿੱਚ ਸ਼ਾਮਲ ਕੀਤੇ ਗਏ ਕਹਾਣੀਕਾਰ ਕੁਲਵੰਤ ਵਿਰਕ ਦੇ ਬਾਰੇ ਗੱਲ ਕਰਾਂਗੇ। ਕੁਲਵੰਤ ਵਿਰਕ ਦੀ ਪੰਜਾਬੀ ਕਹਾਣੀ ਨੂੰ ਦੇਣ, ਕੁਲਵੰਤ ਵਿਰਕ ਦੀ ਕਹਾਣੀ ਖੱਬਲ, ਉਹਦਾ ਵਿਸ਼ਾ ਵਸਤੂ, ਇਹਨਾਂ ਬਾਰੇ ਆਪਾਂ ਅੱਜ ਦੇ ਲੈਕਚਰ ਦੇ ਵਿੱਚ ਚਰਚਾ ਕਰਾਂਗੇ। ਤੁਹਾਡੇ ਸਿਲੇਬਸ ਦੇ ਵਿੱਚ ਇਹ ਕਹਾਣੀ ਬਹੁਤ ਮਹੱਤਵਪੂਰਨ ਹੈ, ਬਹੁਤ ਇੰਪੋਰਟੈਂਟ ਹੈ। ਇਸ ਕਹਾਣੀ ਦੇ ਵਿੱਚੋਂ ਸਿੱਧੇ ਅਸਿੱਧੇ ਰੂਪ ਦੇ ਵਿੱਚ ਹਰ ਹਾਲਤ ਦੇ ਵਿੱਚ ਪ੍ਰਸ਼ਨ ਪੁੱਛੇ ਜਾਣਗੇ। ਛੋਟੇ ਪ੍ਰਸ਼ਨ ਆ ਜਾਣ ਬੇਸ਼ੱਕ, ਜਾਂ ਇਹਦਾ ਕਹਾਣੀ ਦਾ ਸਾਰਾ ਜੇ ਕਾਫੀ ਇੰਪੋਰਟੈਂਟ ਹੈਗੀ ਹੈ ਇਸ ਕਹਾਣੀ ਦੀ ਪੰਜਾਬੀ ਸਾਹਿਤ ਦੇ ਵਿੱਚ, ਪੰਜਾਬੀ ਕਹਾਣੀ ਦੇ ਵਿੱਚ, ਤੇ ਤੁਹਾਡਾ ਜਿਹੜਾ ਕਹਾਣੀ ਸੰਗ੍ਰਹਿ ਉਹਦੇ ਵਿੱਚ। ਸੋ ਵਿਦਿਆਰਥੀ, ਇਸ ਕਹਾਣੀ ਦਾ ਵਿਸ਼ਾ ਵਸਤੂ ਧਿਆਨ ਨਾਲ ਕਰ ਲਿਓ। ਕੁਲਵੰਤ ਵਿਰਕ ਦਾ ਪਹਿਲਾਂ ਆਪਾਂ ਜੀਵਨ ਵੇਰਵੇ ਦੀ ਗੱਲ ਕਰਦੇ ਹਾਂ। ਕੁਲਵੰਤ ਵਿਰਕ ਪੰਜਾਬੀ ਕਹਾਣੀ ਖੇਤਰ ਦੇ ਵਿੱਚ ਇੱਕ ਅਜਿਹਾ ਨਾਂ ਹੈ ਜਿਸ ਤੋਂ ਬਗੈਰ ਪੰਜਾਬੀ ਕਹਾਣੀ ਦੇ ਇਤਿਹਾਸ ਦਾ ਜ਼ਿਕਰ ਕਰਨਾ ਅਧੂਰਾ ਹੈ। ਉਹ ਤੋਂ ਬਗੈਰ ਪੰਜਾਬੀ ਇਤਿਹਾਸ ਦਾ, ਪੰਜਾਬੀ ਕਹਾਣੀ ਦੇ ਇਤਿਹਾਸ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ, ਕਿਉਂਕਿ ਉਹਨਾਂ ਨੇ ਸਾਰੀ ਉਮਰ ਜਿਹੜੀ ਸਾਹਿਤ ਰਚਿਆ ਹੈ ਉਹਦੇ ਵਿੱਚ ਸਿਰਫ ਇਕੱਲੀ ਕਹਾਣੀ ਦੀ ਹੀ ਰਚਨਾ ਕੀਤੀ ਹੈ। ਬਹੁਤ ਸਾਰੇ ਲੇਖਕ ਹੈਗੇ ਜਿਨ੍ਹਾਂ ਨੇ ਨਾਵਲ ਵੀ ਲਿਖੀ ਹੈ, ਕਹਾਣੀਆਂ ਵੀ ਲਿਖੀਆਂ, ਕਵਿਤਾ ਵੀ ਲਿਖੀ ਹੈ, ਆਲੋਚਨਾ ਵੀ ਕੀਤੀ ਹੈ, ਪਰ ਕੁਲਵੰਤ ਵਿਰਕ ਅਜਿਹਾ ਕਹਾਣੀਕਾਰ ਹੋਇਆ ਜਿਹਨੇ ਸਿਰਫ ਸਾਹਿਤ ਦੇ ਵਿੱਚ, ਪੰਜਾਬੀ ਸਾਹਿਤ ਦੇ ਵਿੱਚ ਕਹਾਣੀਆਂ ਹੀ ਲਿਖੀਆਂ। ਉਹਨਾਂ ਦਾ ਜਨਮ 1921 ਈਸਵੀ ਦੇ ਵਿੱਚ ਅਤੇ ਮੌਤ 1999 ਈਸਵੀ ਦੇ ਵਿੱਚ। 1921 ਤੋਂ ਲੈ ਕੇ 1999 ਦੇ ਵਿਚਕਾਰ ਜਿਹੜਾ ਸਮਾਂ ਹੈਗਾ ਉਹਦੇ ਵਿੱਚ ਉਹਨਾਂ ਦੀ ਜ਼ਿੰਦਗੀ ਵਿਚਰਦੀ ਹੈ। ਉਹ ਉਸ ਦੇ ਵਿੱਚ ਆਪਣਾ ਕੰਮ ਕਰਦੇ ਹੈ। ਸਾਰੀ ਉਮਰ ਉਹਨਾਂ ਦੀ 1921 ਤੋਂ ਲੈ ਕੇ 1999 ਦੇ ਵਿਚਕਾਰ ਹੈ। ਉਹਨਾਂ ਨੇ MA ਅੰਗਰੇਜ਼ੀ ਤੱਕ ਦੀ ਵਿੱਦਿਆ ਹਾਸਲ ਕੀਤੀ, ਫਿਰ ਬਾਅਦ ਦੇ ਵਿੱਚ LLB ਵੀ ਕੀਤੀ। ਜੀਵਨ ਸਮੇਂ ਉਹਨਾਂ ਦਾ ਕਿੱਤਾ ਕੀ ਸੀਗਾ? ਸਰਕਾਰੀ ਨੌਕਰੀ। ਸਾਰੀ ਉਮਰ ਰਿਟਾਇਰਮੈਂਟ ਤੱਕ ਸਰਕਾਰੀ ਨੌਕਰੀ ਕਰਦੇ ਰਹੇ। ਜੁਆਇੰਟ ਡਾਇਰੈਕਟਰ ਰਹੇ ਕਮਿਊਨੀਕੇਸ਼ਨ ਸੈਂਟਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿਖੇ। ਕਹਾਣੀ ਸੰਗ੍ਰਹਿ ਸ਼ਾਹ ਵੇਲਾ, ਧਰਤੀ ਤੇ ਆਕਾਸ਼, ਤੂੜੀ ਦੀ ਪੰਡ, ਇੱਕ ਸਕੇ ਹੰਬਾਰਕ, ਦੁੱਧ ਦਾ ਛੱਪੜ, ਗੋਲਾਂ, ਨਵੇਂ ਲੋਕ, ਇਹ ਉਹਨਾਂ ਦੇ ਕਹਾਣੀ ਸੰਗ੍ਰਹਿ ਸੀਗੇ। ਇਹ ਉਹਨਾਂ ਦੇ ਪ੍ਰਮੁੱਖ ਕਹਾਣੀ ਸੰਗ੍ਰਹਿ ਸੀਗੇ ਜਿਹੜੇ ਪੰਜਾਬੀ ਕਹਾਣੀ ਦੇ ਵਿੱਚ, ਪੰਜਾਬੀ ਕਹਾਣੀ ਇਤਿਹਾਸ ਦੇ ਵਿੱਚ ਮਿਲਦੇ ਹੈ। ਇਹਨਾਂ ਦੇ ਵਿੱਚ ਉਹਨਾਂ ਨੇ ਕਹਾਣੀਆਂ ਲਿਖੀਆਂ। ਉਹ ਛੋਟੇ ਜਿਹੇ ਵਿਸ਼ੇ ਨੂੰ ਲੈ ਕੇ ਕਹਾਣੀ ਦੀ ਸਿਰਜਣਾ ਕਰਦੇ ਸੀ। ਲਾਸਟ ਦੇ ਵਿੱਚ ਆ ਕੇ ਇੱਕ ਅਜਿਹਾ ਭਾਵਪੂਰਨ ਤੱਥ ਪੇਸ਼ ਕਰਦੇ ਆ ਕਹਾਣੀ ਦੇ ਵਿੱਚ, ਜਿਹਦੇ ਨਾਲ ਉਹਦੀ ਕਹਾਣੀ ਪੇਸ਼ ਕਰਨ ਦੀ ਜਿਹੜੀ ਕਲਾ ਹੈਗੀ ਸਿਰਫ ਉਹ ਉਹਨਾਂ ਕੋਲ ਹੀ ਆ। ਇਹਦੇ ਆਪਾਂ ਦੇਖਾਂਗੇ ਕਹਾਣੀ ਦੇ ਵਿੱਚ, ਇਹਦੀ ਕਹਾਣੀ ਦੇ ਵਿੱਚ ਵੀ ਕੁਲਵੰਤ ਸਿੰਘ ਵਿਰਕ ਨੇ ਕੇਵਲ ਕਹਾਣੀਆਂ ਲਿਖੀਆਂ, ਆਪਾਂ ਪਹਿਲਾਂ ਵੀ ਜ਼ਿਕਰ ਕੀਤਾ। ਪੇਂਡੂ ਪੰਜਾਬ ਅਤੇ ਕਿਰਸਾਨੀ ਚਰਿੱਤਰ ਨਾਲ ਕਹਾਣੀਕਾਰ ਵਿਰਕ ਦਾ ਵਿਸ਼ੇਸ਼ ਲਗਾਓ ਹੈ। ਪੇਂਡੂ ਪੰਜਾਬ, ਪੰਜਾਬ ਪਿੰਡਾਂ 'ਚ ਵਸਦਾ ਤੇ ਪਿੰਡਾਂ ਦੇ ਵਿੱਚ ਵਸਦੇ ਪੰਜਾਬ ਦਾ ਜ਼ਿਕਰ ਕੁਲਵੰਤ ਸਿੰਘ ਵਿਰਕ ਆਪਣੀਆਂ ਕਹਾਣੀਆਂ ਦੇ ਵਿੱਚ ਕਰਦਾ ਹੈ। ਅੱਗੇ ਜਿਹੜੇ ਪਿੰਡਾਂ ਦੇ ਵਿੱਚ ਕਿਸਾਨ ਵਸਦੇ ਹੈ, ਕਿਰਸਾਨੀ ਕਿੱਤੇ ਨਾਲ ਸੰਬੰਧਿਤ ਲੋਕ ਹੈ, ਉਹਨਾਂ ਦਾ ਜ਼ਿਕਰ ਕਹਾਣੀਕਾਰ ਵਿਸ਼ੇਸ਼ ਤੌਰ ਤੇ ਕਰਦਾ ਹੈ। ਕਥਾ ਦੇ ਅੰਤ ਉੱਪਰ ਇੱਕ ਚਮਤਕਾਰੀ ਬੋਲ ਜਾਂ ਵਿਸਮੇਕਾਰੀ ਘਟਨਾ ਰਾਹੀਂ ਨਵੀਂ ਸਾਰਥਕਤਾ ਨੂੰ ਉਜਾਗਰ ਕਰਨਾ ਵਿਰਕ ਦੀ ਨਿਵੇਕਲੀ ਕਥਾ ਵਿਧੀ ਆ। ਉਹ ਇਹੀ ਆਪਾਂ ਤੁਹਾਡੇ ਨਾਲ ਗੱਲ ਕਰ ਰਹੇ ਸੀਗੇ। ਕਹਾਣੀ ਦੇ ਵਿੱਚ ਕਿਤੇ ਨਾ ਕਿਤੇ, ਆਪਣੀ ਕਹਾਣੀ ਦੇ ਵਿੱਚ, ਆਪਣੀ ਕਥਾ ਦੇ ਵਿੱਚ, ਆਪਣੇ ਰਚਨਾ ਦੇ ਵਿੱਚ ਉਹ ਅਖੀਰ ਦੇ ਵਿੱਚ ਆ ਕੇ ਜਾਂ ਕਿਤੇ ਵੀ ਇੱਕ ਚਮਤਕਾਰੀ ਬੋਲ ਬੋਲਣਾ ਜਾਂ ਇੱਕ ਪਹਿਰੇ ਦੇ ਵਿੱਚ ਸਾਰੀ ਘਟਨਾ ਦਾ ਜ਼ਿਕਰ ਕਰ ਦੇਣਾ, ਸਮੁੱਚੀ ਕਹਾਣੀ ਨੂੰ ਸਮੇਟ ਲੈਣਾ, ਕਹਾਣੀ ਨੂੰ ਸਿਖਰ ਤੇ ਲੈ ਕੇ ਇੱਕਦਮ ਉਹਨੂੰ ਖਤਮ ਕਰ ਦੇਣਾ, ਇਹ ਉਹਦੀ ਕਹਾਣੀ ਕਲਾ ਦਾ ਬਹੁਤ ਉੱਤਮ ਨਮੂਨਾ ਹੈ। ਇਹ ਸਿਰਫ ਉਹਨਾਂ ਕੋਲ ਹੀ ਹੈ। ਖੱਬਲ ਪੰਜਾਬੀ ਜੱਟ ਚਰਿੱਤਰ ਦਾ ਪ੍ਰਮਾਣਿਕ ਪ੍ਰਤੀਬਿੰਬ ਹੈ। ਖੱਬਲ ਦਾ ਸੰਬੰਧ ਜੱਟਾਂ ਨਾਲ, ਜ਼ਿਮੀਂਦਾਰਾਂ ਨਾਲ ਸ਼ੁਰੂ ਤੋਂ ਲੈ ਕੇ ਪਿਆ ਹੈ। ਜ਼ਮੀਨ ਦੇ ਵਿੱਚ ਖੱਬਲ ਇੱਕ ਜੜੀ ਹੈਗੀ ਹੈ ਜਿਹੜੀ ਫਸਲਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ, ਪਰ ਇਹਦੀ ਇੱਕ ਖਾਸੀਅਤ ਵੀ ਹੈਗੀ ਹੈ ਕਿ ਇਸ ਨੂੰ ਇਹ ਜਿਹੜਾ ਹੈਗਾ ਜ਼ਮੀਨ ਦੇ ਮਾਲਕ ਨੂੰ ਲਗਾਤਾਰ ਜ਼ਮੀਨ 'ਚੋਂ ਉਖਾੜ ਕੇ
ਪੱਟ ਕੇ ਨਸ਼ਟ ਕਰਨ ਦੀ ਕੋਸ਼ਿਸ਼ ਕਰਦੇ ਆ, ਪਰ ਜਦੋਂ ਉਹਨੂੰ ਪੱਟ ਦਿੱਤਾ ਜਾਂਦਾ ਹੈ ਬਾਅਦ ਦੇ ਵਿੱਚ ਫਿਰ ਉਹ ਆਪਣੀਆਂ ਧੜਾਂ ਉਸੇ ਜਗ੍ਹਾ ਦੇ ਉੱਪਰ ਲਾ ਲੈਂਦਾ ਜਾਂ ਕਿਸੇ ਹੋਰ ਜਗ੍ਹਾ ਦੇ ਉੱਪਰ ਲਾ ਲੈਂਦਾ। ਫਿਰ 15-20 ਦਿਨਾਂ ਬਾਅਦ, ਮਹੀਨੇ ਬਾਅਦ ਪਤਾ ਲੱਗਦਾ ਕਿ ਜਿਵੇਂ ਉਸ ਜ਼ਮੀਨ ਦੀ ਗੋਡੀ ਨਹੀਂ ਕੀਤੀ ਹੁੰਦੀ ਜਾਂ ਉਸ ਜ਼ਮੀਨ ਨੂੰ ਅਸੀਂ ਕਿਤੇ ਵਾਹਿਆ ਨਹੀਂ ਹੁੰਦਾ। ਇਸ ਤਰ੍ਹਾਂ ਦਾ ਇੱਕ ਜਿਹੜਾ ਹੈਗਾ ਖੱਬਲ ਦਾ ਜ਼ਿਕਰ ਹੈ। ਪਰ ਇਸ ਖੱਬਲ ਦੇ ਪ੍ਰਤੀਕ ਰਾਹੀਂ ਇੱਕ ਅਜਿਹੀ ਔਰਤ ਦੀ ਗੱਲ ਕੀਤੀ ਹੈ, ਉਹਨਾਂ ਲੋਕਾਂ ਦੀ ਗੱਲ ਕੀਤੀ ਹੈ ਜਿਹੜੇ ਉੱਜੜ ਕੇ ਇੱਕ ਦੇਸ਼ ਤੋਂ ਦੇਸ਼ ਦੇ ਵਿੱਚ ਚਲੇ ਗਏ ਸੀ। 1947 ਦਾ ਜਿਹੜੇ ਵੰਡ ਹੈ ਸਾਡੇ ਪੰਜਾਬ ਦੇ ਇਤਿਹਾਸ ਦੇ ਵਿੱਚ, ਸਾਡੇ ਭਾਰਤ ਦੇ ਇਤਿਹਾਸ ਦੇ ਵਿੱਚ, ਸਮੁੱਚੇ ਵਿਸ਼ਵ ਦੇ ਇਤਿਹਾਸ ਦੇ ਵਿੱਚ ਇੱਕ ਅਜਿਹੀ ਘਟਨਾ ਜਿਹਦੇ ਵਿੱਚ ਵੱਧ ਤੋਂ ਵੱਧ ਲੋਕਾਂ ਨੇ ਆਪਣਾ ਜਿਹੜਾ ਹੈਗਾ ਉਹ ਆਪਣੇ ਆਪ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਦੇ ਉੱਪਰ ਸ਼ਿਫਟ ਕੀਤਾ ਸੀ, ਆਪਣੇ ਆਪ ਉੱਜੜ ਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਦੇ ਉੱਪਰ ਗਏ ਸੀਗੇ। ਇਹ ਇੱਕ ਬਹੁਤ ਵੱਡੀ ਘਟਨਾ ਸੀਗੀ। ਇਸ ਘਟਨਾ ਦਾ ਜ਼ਿਕਰ ਇਸ ਕਹਾਣੀ ਦੇ ਵਿੱਚ ਲੇਖਕ ਨੇ ਕੀਤਾ ਹੈ। ਇਸ ਕਹਾਣੀ ਦਾ ਮੁੱਖ ਪਾਤਰ ਜੱਟ, ਇਸ ਦਾ ਸਮੁੱਚਾ ਆਲਾ ਦੁਆਲਾ ਅਤੇ ਮਾਨਸਿਕ ਵਾਤਾਵਰਨ ਜੱਟ ਜੀਵਨ ਨਾਲ ਸੰਬੰਧਿਤ ਹੈ। ਇਸ ਦਾ ਪ੍ਰਮੁੱਖ ਪ੍ਰਤੀਕ ਖੱਬਲ ਵੀ ਇਸੇ ਜੀਵਨ ਨਾਲ ਸੰਬੰਧਿਤ ਹੈ। ਕਸ਼ਟ ਸਹਾਰਨ ਬਾਅਦ ਵੀ ਸਦਾ ਧਰਤੀ ਨਾਲ ਜੁੜੇ ਰਹਿਣ ਦੀ ਚਾਹ ਇਸ ਕਹਾਣੀ ਦਾ ਚਰਿੱਤਰ ਬਿੰਦੂ ਹੈ। ਜਿਹੜੀ ਉੱਜੜ ਕੇ ਗਏ ਲੋਕ ਹੈ ਉਹ ਫਿਰ ਮੁੜ ਕੇ ਜ਼ਮੀਨ ਨਾਲ ਕਿਵੇਂ ਜੁੜਦੇ ਆ, ਉਹਨਾਂ ਦਾ ਜ਼ਿਕਰ ਇਸ ਕਹਾਣੀ ਦੇ ਵਿੱਚ ਕੀਤਾ ਗਿਆ। ਉਸ ਦੀ ਗੱਲ ਇਸ ਕਹਾਣੀ ਦੇ ਵਿੱਚ ਕੀਤੀ ਗਈ। ਹੁਣ ਆਪਾਂ ਇਸ ਕਹਾਣੀ ਦੇ ਵਿਸ਼ੇ ਵਸਤੂ ਦੀ ਗੱਲ ਕਰ ਰਹੇ ਹਾਂ, ਇਸ ਕਹਾਣੀ ਦੇ ਪਾਤਰਾਂ ਦੀ ਗੱਲ ਕਰ ਰਹੇ ਹਾਂ। ਉਸ ਤੋਂ ਬਾਅਦ ਆਪਾਂ ਸਮੁੱਚੇ ਜਿਹੜੇ ਅੱਜ ਦੇ ਲੈਕਚਰ ਨੂੰ ਸਮੇਟਣ ਦੀ ਕੋਸ਼ਿਸ਼ ਕਰਾਂਗੇ। ਵਿਦਿਆਰਥੀਓ, ਖੱਬਲ ਕਹਾਣੀ ਕੁਲਵੰਤ ਵਿਰਕ ਦੀ, ਇਹਦੇ ਆਪਾਂ ਪੜ੍ਹ ਲੈਂਦੇ ਹਾਂ। ਪਹਿਲਾਂ ਪਾਕਿਸਤਾਨ ਬਣੇ ਨੂੰ ਅਜੇ 3-4 ਮਹੀਨੇ ਹੀ ਹੋਏ ਸਨ। ਇੱਥੇ ਹਰ ਸ਼ੈ ਉਖੜੀ ਲੱਗਦੀ ਸੀ। ਹਰ ਸ਼ੈ ਉਖੜੀ ਤੋਂ ਭਾਵ ਹਰ ਇੱਕ ਥਾਂ ਦੇ ਉੱਪਰ ਹਰ ਇੱਕ ਵਸਤੂ ਆ ਜਿਹੜੀ ਉਹ ਆਪਣੇ ਆਪ ਦੇ ਵਿੱਚ ਉਖੜੀ ਹੋਈ ਮਹਿਸੂਸ ਹੋ ਰਹੀ ਸੀਗੀ। ਥਾਣਿਆਂ ਚੌਂਕੀਆਂ ਵਿੱਚ ਸਮਾਨ ਦੇ ਢੇਰ ਲੱਗੇ ਹੋਏ ਸਨ। ਟਰੰਕ, ਪਲੰਗ, ਪੰਗੂੜੇ, ਮੇਜ਼, ਸੋਫਾ ਸੈੱਟ, ਤਸਵੀਰਾਂ ਸਭ ਆਪਣੀ ਥਾਵਾਂ ਤੋਂ ਉਖੜ ਕੇ ਥਾਣੇ ਆ ਗਈਆਂ ਸਨ। ਸਾਰੀਆਂ ਇੱਕ ਜਗ੍ਹਾ ਤੋਂ ਉਖੜ ਕੇ ਦੂਜੀ ਜਗ੍ਹਾ ਤੇ ਆ ਗਈਆਂ ਸੀਗੀਆਂ। ਹੁਣ ਜਿਹੜੇ ਇਹਨਾਂ ਚੀਜ਼ਾਂ ਦਾ ਜਿਹੜਾ ਮਹੱਤਵ ਹੈਗਾ ਘਰ ਦੇ ਵਿੱਚ ਕੰਧਾਂ ਦੇ ਉੱਪਰ ਹੈ, ਘਰ ਦੇ ਵਿੱਚ ਖਾਸ ਜਗ੍ਹਾਵਾਂ ਦੇ ਉੱਪਰ ਹੈ, ਪਰ ਉਹ ਥਾਣਿਆਂ ਦੇ ਵਿੱਚ ਆ ਗਏ ਕਿਉਂਕਿ ਲੋਕਾਂ ਨੇ ਉਹਨੂੰ ਲੁੱਟਿਆ ਸੀਗਾ। ਲੋਕਾਂ ਨੇ ਉਹਨੂੰ ਲੁੱਟ ਕੇ ਆਪਣੇ ਘਰਾਂ ਦੇ ਵਿੱਚ ਲਿਜਾਣ ਦੀ ਕੋਸ਼ਿਸ਼ ਕੀਤੀ ਸੀ। ਬਾਅਦ ਦੇ ਵਿੱਚ ਪੁਲਿਸ ਨੇ ਉਹਨੂੰ ਬਰਾਮਦ ਕਰਕੇ ਥਾਣੇ ਲੈ ਆਂਦਾ ਸੀ। ਭਲਾ ਪੰਘੂੜਿਆਂ ਤੇ ਤਸਵੀਰਾਂ ਦਾ ਥਾਣਿਆਂ ਵਿੱਚ ਕੀ ਕੰਮ? ਕਦੀ ਇਹਨਾਂ ਦੀ ਘਰਾਂ ਵਿੱਚ ਆਪਣੀ ਕੋਈ ਖਾਸ ਥਾਂ ਹੋਣੀ ਹੈ? ਉਸ ਵੇਲੇ ਘਰ ਵਾਲਿਆਂ ਦਾ ਖਿਆਲ ਹੋਣਾ ਹੈ ਕਿ ਜੇ ਇਹ ਉਸ ਥਾਂ ਬਿਨਾਂ ਕਿਸੇ ਹੋਰ ਥਾਂ ਰੱਖੇ ਜਾਣ ਤਾਂ ਬੜੇ ਕੋਝੇ ਲੱਗਣ। ਹੁਣ ਸਚਿਆਰੀਆਂ ਔਰਤਾਂ ਜਾਂ ਘਰ ਦੇ ਜਿਹੜੇ ਮਾਲਕ ਹੈਗਾ ਉਹ ਇਸ ਚੀਜ਼ ਨੂੰ ਦੇਖਦੇ ਆ ਕਿ ਜੇਕਰ ਇਹ ਇਸ ਜਗ੍ਹਾ ਦੇ ਉੱਪਰ ਨਾ ਹੋਵੇ ਤਾਂ ਬੜੀ ਬੁਰੀ ਲੱਗੇ। ਪਰ ਦੇਖੋ ਸਮੇਂ ਦੀ ਤਬਦੀਲੀ, ਦੇਖੋ ਸਮੇਂ ਦਾ ਇੱਕ ਘਟਨਾਕ੍ਰਮ ਦੇਖੋ ਕਿ ਉਹ ਚੀਜ਼ਾਂ ਥਾਣੇ ਦੇ ਵਿੱਚ ਪਈਆਂ। ਪਰ ਇਸ ਵੇਲੇ ਇਹ ਇੱਥੇ ਢੇਰ ਵਿੱਚ ਪਏ ਹੋਏ ਸਨ। ਘਰਾਂ ਦੇ ਭਾਂਡੇ, ਅਲਮਾਰੀਆਂ, ਪੜਛੱਤੀਆਂ ਤੇ ਚੌਂਕਿਆਂ ਵਿੱਚੋਂ ਨਿਕਲ ਕੇ ਸਰਕਾਰੀ ਦਫ਼ਤਰਾਂ ਦੇ ਸਾਹਮਣੇ ਢੇਰ ਹੋਏ ਪਏ ਸਨ। ਜਿਹੜੇ ਘਰਾਂ ਦੇ ਭਾਂਡੇ ਤੇ ਅਲਮਾਰੀਆਂ ਸੀਗੀਆਂ ਨਾ, ਉਹ ਘਰਾਂ ਦੇ ਜਿਹੜੇ ਭਾਂਡੇ ਸੀ, ਅਲਮਾਰੀਆਂ, ਪੜਛੱਤੀਆਂ ਤੇ ਚੌਂਕਿਆਂ ਵਿੱਚੋਂ, ਚੌਂਕੇ ਹੁੰਦੇ ਚੁੱਲ੍ਹਾ ਚੌਕਾ, ਚੌਤਰਾ, ਉਹਦੇ ਵਿੱਚ ਨਿਕਲ ਕੇ ਸਰਕਾਰੀ ਦਫ਼ਤਰਾਂ ਦੇ ਸਾਹਮਣੇ ਢੇਰ ਹੋਏ ਪਏ ਸੀਗੇ ਜਾਂ ਥਾਣਿਆਂ ਦੇ ਵਿੱਚ ਢੇਰ ਹੋਏ ਪਏ ਸੀਗੇ। ਇਹਨਾਂ ਨੂੰ ਹੁਣ ਕਦੀ ਕਿਸੇ ਮਾਂਜਿਆ ਨਹੀਂ ਸੀ, ਲਿਸ਼ਕਾਇਆ ਨਹੀਂ ਸੀ, ਗਿਣਿਆ ਨਹੀਂ ਸੀ। ਕਿਸੇ ਇਸਤਰੀ ਮਨੁੱਖ ਦਾ ਹੱਥ ਲੱਗਿਆ ਵੀ ਕਈ ਮਹੀਨੇ ਹੋ ਗਏ ਸਨ। ਦੇਖੋ ਘਰ ਦੀਆਂ ਸਚਿਆਰੀਆਂ ਔਰਤਾਂ ਜਿਹੜੀਆਂ ਜਦੋਂ ਭਾਂਡੇ ਧੋਂਦੀਆਂ, ਰੋਜ਼ਾਨਾ ਭਾਂਡੇ ਮਾਂਜਦੀਆਂ, ਉਹਨਾਂ ਨੂੰ ਗਿਣਦੀਆਂ, ਦੇਖਦੀਆਂ ਕਿੰਨੇ ਘਰ ਦੇ ਵਿੱਚ ਭਾਂਡੇ ਹੈਗੇ ਆ। ਇਹ ਇੱਕ ਤਰ੍ਹਾਂ ਦੀ ਫਿਤਰਤ ਹੁੰਦੀ ਆ ਔਰਤ ਦੀ, ਇੱਕ ਤਰ੍ਹਾਂ ਦਾ ਸੋਚ ਹੁੰਦੀ ਆ ਔਰਤ ਦੀ ਵੀ ਘਰ ਦਾ ਕੋਈ ਭਾਂਡਾ ਘੱਟ ਨਾ ਜਾਵੇ। ਪਰ ਉਹ ਲੇਖਕ ਕਹਿੰਦਾ ਵੀ ਇਹਨਾਂ ਨੂੰ ਤਾਂ ਗਿਣਿਆਂ ਨੂੰ ਵੀ ਬਹੁਤ ਸਮਾਂ ਹੋ ਗਿਆ, ਇਹਨਾਂ ਨੂੰ ਤਾਂ ਹੱਥ ਲੱਗਿਆ ਨੂੰ ਬਹੁਤ ਸਮਾਂ ਹੋ ਗਿਆ। ਇਨਸਾਨਾਂ ਨੇ ਇਹਨਾਂ ਨੂੰ ਕਦੇ ਗਿਣਿਆ ਵੀ ਹੈ, ਦੇਖਿਆ ਵੀ ਹੈ, ਇਹਦਾ ਬੜਾ ਟਾਈਮ ਹੋ ਗਿਆ ਇੱਥੇ ਥਾਣਿਆਂ 'ਚ ਰੁਲਦਿਆਂ ਨੂੰ। ਇਹ ਜਦੋਂ ਸਮਾਜ ਦੇ ਵਿੱਚ ਇੱਕ ਉਥਲ ਪੁਥਲ ਹੁੰਦੀ ਹੈ ਉਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ। ਪਾਕਿਸਤਾਨ ਵਿੱਚ ਹਰ ਸ਼ੈ ਉਖੜੀ ਸੀ। ਕਈਆਂ ਘਰਾਂ ਵਿੱਚ ਆਪਣੀਆਂ ਖੁਰਲੀਆਂ ਤੋਂ ਉਖੜੇ ਹੋਏ ਡੰਗਰ ਵੀ ਸਨ। ਤਰਠੀਆਂ ਹੋਈਆਂ ਅੱਖਾਂ ਨਾਲ ਉਹ ਦਿਵਾਲਿਓਂ ਵੇਖਦੇ ਤੇ ਓਪਰੀਆਂ ਥਾਵਾਂ ਤੇ ਡਰ ਕੇ ਪੈਰ ਧਰਦੇ। ਤਰਠੀਆਂ ਡਰੀਆਂ ਹੋਈਆਂ ਨਜ਼ਰਾਂ ਦੇ ਨਾਲ, ਡਰੀਆਂ ਹੋਈਆਂ ਅੱਖਾਂ ਦੇ ਨਾਲ ਉਹ ਆਪਣੇ ਆਪ ਓਪਰਾ ਮਹਿਸੂਸ ਕਰਦੇ ਸੀ ਇਹ ਬਗਾਨੇ ਥਾਂ ਦੇ ਉੱਪਰ। ਉਸ ਤਰ੍ਹਾਂ ਦਾ ਜ਼ਿਕਰ ਇਸ ਕਹਾਣੀ ਦੇ ਵਿੱਚ ਉਹਨਾਂ ਪਸ਼ੂਆਂ ਦੇ ਉੱਪਰ ਕੀ ਪ੍ਰਭਾਵ ਪਿਆ ਉਹਦਾ ਵੀ ਜ਼ਿਕਰ ਇਸ ਕਹਾਣੀ ਦੇ ਵਿੱਚ ਹੋਇਆ। ਇਸ ਉਥਲ ਪੁਥਲ ਦਾ ਕੀ ਪਸ਼ੂਆਂ ਤੇ ਪ੍ਰਭਾਵ ਪਿਆ।
इस उथल पुथल विच केवल धरती ही अपने थां पक्की सी। देखो विद्यार्थियों, किड्डी वड्डी गल कही है, धरती नहीं उखड़ के एक जगह तो दूजी जगह जा सकती। ਜਦੋਂ ਪਾਕਿਸਤਾਨ ਬਣਿਆ ਸੀ, ਪਾਕਿਸਤਾਨ ਦੇ ਲੋਕ ਆਪਣੀਆਂ ਜ਼ਮੀਨਾਂ ਚੱਕ ਕੇ ਇੱਧਰ ਨਹੀਂ ਲਿਆ ਸਕੇ ਸੀਗੇ, ਜਿਹੜੇ ਇੱਧਰ ਦੇ ਲੋਕ ਸੀ ਉਹ ਆਪਣੇ ਘਰ ਚੱਕ ਕੇ ਉੱਧਰ ਨਹੀਂ ਲਿਜਾ ਸਕੇ ਸੀਗੇ। ਕਹਿੰਦਾ ਜ਼ਮੀਨ ਹੀ ਹੈ ਜਿਹਦੀ ਥਾਂ ਪੱਕੀ ਹੈ, ਜਿਹਨੂੰ ਇੱਕ ਥਾਂ ਤੋਂ ਹਿਲਾਇਆ ਨਹੀਂ ਜਾ ਸਕਦਾ, ਇੱਕ ਜ਼ਮੀਨ ਹੀ ਹੈ, ਧਰਤੀ ਹੈ। ਬਾਕੀ ਸਾਰੀਆਂ ਚੀਜ਼ਾਂ ਤਾਂ ਕਦੋਂ ਮਰਜ਼ੀ ਉਖੜ ਸਕਦੀਆਂ। ਮਨੁੱਖ ਤਾਂ ਜਦੋਂ ਮਰਜ਼ੀ ਉਖੜ ਜੇ, ਜਦੋਂ ਬਾਕੀ ਚੀਜ਼ਾਂ ਸਾਰੀਆਂ ਜਦੋਂ ਮਰਜ਼ੀ ਉਖਾੜ ਕੇ ਉਹਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਸ਼ਿਫਟ ਕਰ ਦਿੱਤਾ ਜਾਵੇ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਦੇ ਉੱਪਰ ਉਹਨੂੰ ਪੱਕੇ ਤੌਰ ਤੇ ਲਿਜਾਇਆ ਜਾ ਸਕਦਾ। ਪਰ ਧਰਤੀ ਹੈ ਇੱਕ ਜਿਹੜੀ ਇੱਕ ਥਾਂ ਤੇ ਪੱਕੀ ਖੜੀ ਰਹਿੰਦੀ ਹੈ। ਤੇ ਇਸ ਧਰਤੀ ਤੇ ਅਨੇਕਾਂ ਉਖੜੇ ਹੋਏ ਸ਼ਰਨਾਰਥੀ ਰਿੜਦੇ ਫਿਰਦੇ ਸਨ, ਜਿਵੇਂ ਗੋਲੀਆਂ ਰਿੜਦੀਆਂ ਫਿਰਦੀਆਂ ਹੁੰਦੀਆਂ ਉੱਚੇ ਥਾਂ ਤੋਂ ਨੀਵੀਂ ਥਾਂ ਦੇ ਉੱਪਰ, ਜਾਂ ਘਰ ਕੋਈ ਹੋਰ ਚੀਜ਼ਾਂ ਰਿੜਦੀਆਂ ਫਿਰਦੀਆਂ ਹੁੰਦੀਆਂ। ਉਸ ਤਰ੍ਹਾਂ ਨਾਲ ਇਹ ਜਿਹੜੇ ਸ਼ਰਨਾਰਥੀ ਲੋਕ ਆ ਉਹ ਰੁੜਦੇ ਫਿਰਦੇ ਸੀਗੇ ਪਾਕਿਸਤਾਨੀ ਧਰਤੀ ਦੇ ਉੱਪਰ। ਇੱਧਰ ਪੰਜਾਬ ਦੀ ਧਰਤੀ ਦੇ ਉੱਪਰ ਉਹ ਜਿਹੜੇ ਪਾਕਿਸਤਾਨ ਤੋਂ ਆਏ ਸੀਗੇ, ਉੱਧਰ ਜਿਹੜੇ ਸਾਡੇ ਹਿੰਦੁਸਤਾਨ ਦੇ ਵਿੱਚੋਂ, ਭਾਰਤ ਦੇ ਵਿੱਚੋਂ ਲੋਕ ਗਏ ਸੀਗੇ, ਇਹਦਾ ਉਖੜੇ ਉਖੜੇ ਫਿਰਦੇ ਸ਼ਰਨਾਰਥੀਆਂ ਦੇ ਰੂਪ ਦੇ ਵਿੱਚ। ਵਾਘੇ ਵੱਡੇ ਕੈਂਪ ਤੋਂ ਇਹਨਾਂ ਨੂੰ ਅਗਾਂਹ ਠੇਲ ਦਿੱਤਾ ਜਾਂਦਾ ਤੇ ਫਿਰ ਇਹ ਸ਼ਰਨਾਰਥੀ ਜ਼ਿਲ੍ਹਿਆਂ ਦੇ ਵਿੱਚ ਚਲੇ ਜਾਂਦੇ। ਜ਼ਿਲ੍ਹਿਆਂ ਦੇ ਵਿੱਚੋਂ ਅੱਗੇ ਪਿੰਡਾਂ ਦੇ ਵਿੱਚ, ਪਿੰਡੋਂ ਪਿੰਡ ਪੈਦਲ ਜਾਂ ਗੱਡੀਆਂ ਵਿੱਚ ਜ਼ਮੀਨ ਦੀ ਭਾਲ ਵਿੱਚ ਪਾਉਣ ਲੱਗ ਪੈਂਦੇ। ਹੁਣ ਦੇਖੋ, ਜਦੋਂ ਸਾਡਾ ਹੁਣ ਪਿੱਛੇ ਜੇ ਲਾਕਡਾਊਨ ਹੋਇਆ ਸੀਗਾ, ਬਹੁਤ ਸਾਰੇ ਜਿਹੜੇ ਮਜ਼ਦੂਰ ਸੀ, ਪ੍ਰਵਾਸੀ ਮਜ਼ਦੂਰ, ਇੱਕ ਸੂਬੇ ਤੋਂ ਦੂਜੇ ਸੂਬੇ ਦੇ ਵਿੱਚ ਜਾ ਰਹੇ ਸੀਗੇ ਔਰ ਗੱਡੀਆਂ ਬੰਦ ਸੀ, ਸਾਰਾ ਕੁਝ ਬੰਦ ਸੀਗਾ। ਉਸ ਸਮੇਂ ਵਿਚਾਰੇ ਉਹ ਤੁਰ ਕੇ ਜਾ ਰਹੇ ਸੀ। ਇਹ ਤਾਂ ਇੱਕ ਚਲੋ ਆਪਣੇ ਦੇਸ਼ ਦੇ ਵਿੱਚ ਹੀ ਸੀਗਾ, ਇਹ ਸਿਰਫ ਕੁਝ ਕਾਰਨਾਂ ਕਰਕੇ ਸ਼ਿਫਟ ਹੋ ਰਹੇ ਸੀਗੇ। ਪਰ ਉਸ ਸਮੇਂ ਤਾਂ ਲੋਕਾਂ ਨੂੰ ਮਾਰਿਆ ਵੀ ਜਾ ਰਿਹਾ ਸੀ। ਜਿਹੜੇ ਲੋਕ ਤੁਰ ਕੇ ਜਾ ਰਹੇ ਸੀ ਨਾ ਇੱਕ ਦੂਜੀ ਜਗ੍ਹਾ ਦੇ ਉੱਪਰ, ਉਹਨਾਂ ਨੂੰ ਮਾਰਿਆ ਵੀ ਜਾ ਰਿਹਾ ਸੀਗਾ ਦੂਜੀ ਕੌਮ ਵੱਲੋਂ। ਇੱਧਰ ਪਾਕਿਸਤਾਨ ਦੇ ਵਿੱਚ ਸਾਡੇ ਹਿੰਦੂ ਤੇ ਸਿੱਖ ਭਰਾਵਾਂ ਨੂੰ ਮੁਸਲਮਾਨ ਉੱਧਰ ਮਾਰ ਰਹੇ ਸੀ, ਤੇ ਸਾਡੇ ਇੱਧਰ ਜਿਹੜੇ ਮੁਸਲਮਾਨ ਭਰਾ ਸੀ ਹਿੰਦੂ ਤੇ ਸਿੱਖ ਉਹਨਾਂ ਨੂੰ ਮਾਰ ਰਹੇ ਸੀਗੇ। ਅਸਲ ਦੇ ਵਿੱਚ ਕੁਛ ਲੋਕ ਹੀ ਸੀ ਮਾਰਨ ਵਾਲੇ ਧਰਮ ਦੇ ਨਾਂ ਦੇ ਉੱਪਰ। ਆਮ ਲੋਕ ਤਾਂ ਇਸ ਕਤਲੇਗਾਰਦ ਤੋਂ ਬਹੁਤ ਦੁਖੀ ਸੀਗੇ। ਆਮ ਲੋਕਾਂ ਦੇ ਦਿਲ ਬੜੇ ਪਿਘਲਦੇ ਸੀਗੇ ਇਹਨਾਂ ਚੀਜ਼ਾਂ ਤੋਂ, ਤੇ ਬਹੁਤ ਸਾਰੀਆਂ ਉਦਾਹਰਨਾਂ ਵੀ ਮਿਲਦੀਆਂ ਜਦੋਂ ਲੋਕ ਇੱਕ ਦੂਜੇ ਦੀ ਮਦਦ ਵੀ ਕਰਦੇ ਸੀਗੇ। ਸ਼ਰਨਾਰਥੀ ਤੇ ਸ਼ਰਨਾਰਥੀ ਪੁਰਾਣੇ ਲੋਕ ਵੀ ਉਖੜ ਗਏ ਸਨ। ਕਹਿੰਦਾ ਸ਼ਰਨਾਰਥੀ ਤਾਂ ਪੱਕਾ ਵੀ ਉਖੜੇ ਵੀ ਸੀਗੇ ਵਿਚਾਰੇ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਗਏ ਸੀ, ਇੱਕ ਧਰਤੀ ਨੂੰ ਛੱਡ ਕੇ ਦੂਜੀ ਧਰਤੀ ਤੇ ਗਏ ਸੀ। ਪਰ ਜਿਹੜੇ ਪੁਰਾਣੇ ਲੋਕ ਸੀ ਨਾ, ਉਹ ਵੀ ਉਖੜੇ ਹੋਏ ਸੀਗੇ। ਕਿਉਂ ਉਖੜੇ ਹੋਏ ਸੀਗੇ? ਬਰਾਦਰੀਆਂ ਵਾਲਿਆਂ ਦੀਆਂ ਬਰਾਦਰੀਆਂ ਟੁੱਟ ਗਈਆਂ ਸਨ, ਤੇ ਯਾਰਾਂ ਦੇ ਯਾਰ, ਬਹੁਤ ਸਾਰੇ ਮੁਸਲਮਾਨ ਜਿਹੜੇ ਯਾਰ ਦੋਸਤ ਸੀਗੇ ਉਹ ਆਪਣੇ ਸਿੱਖ ਤੇ ਹਿੰਦੂ ਯਾਰਾਂ ਦੋਸਤਾਂ ਤੋਂ ਦੂਰ ਚਲੇ ਗਏ ਸੀ। ਬਹੁਤ ਸਾਰੇ ਜਿਹੜੇ ਹਿੰਦੂ ਸਿੱਖ ਦੋਸਤ ਸੀਗੇ ਮੁਸਲਮਾਨ ਦੇ ਪਾਕਿਸਤਾਨ ਦੇ ਵਿੱਚ, ਉਹਨਾਂ ਤੋਂ ਦੂਰ ਆ ਕੇ ਇੱਧਰਲੇ ਪੰਜਾਬ ਦੇ ਵਿੱਚ ਆ ਗਏ ਸੀ। ਇਸ ਤਰ੍ਹਾਂ ਦੇ ਨਾਲ ਯਾਰਾਂ ਤੋਂ ਯਾਰ ਵਿਛੜ ਗਏ, ਬਰਾਦਰੀਆਂ ਤੋਂ ਬਰਾਦਰੀਆਂ ਟੁੱਟ ਗਈਆਂ। ਬੜਾ ਹੀ ਉਥਲ ਪੁਥਲ ਹੋ ਗਿਆ ਸੀ ਸਮਾਜ ਦੇ ਵਿੱਚ, ਬੜੀਆਂ ਅਨੋਖੀਆਂ ਘਟਨਾਵਾਂ ਵਾਪਰ ਰਹੀਆਂ ਸੀ ਸਮਾਜ ਦੇ ਵਿੱਚ। ਮਜ਼ਦੂਰਾਂ ਦੇ ਮਿੱਲ ਮਾਲਕ ਚਲੇ ਗਏ ਸਨ, ਜਿਹੜੇ ਮਿੱਲਾਂ ਚੱਲਦੀਆਂ ਸੀਗੀਆਂ, ਜਿਹੜੇ ਕਾਰਖਾਨੇ ਚੱਲਦੇ ਸੀ, ਉਹਨਾਂ ਦੇ ਮਾਲਕ ਵੀ ਚਲੇ ਗਏ। ਜਿਹੜੇ ਹਿੰਦੂ ਸੀਗੇ, ਸਿੱਖ ਸੀਗੇ, ਉਹਨਾਂ ਨੂੰ ਪੰਜਾਬ ਦੇ ਵਿੱਚ ਆਉਣਾ ਪਿਆ। ਇੱਧਰਲੇ ਜਿਹੜੇ ਮੁਸਲਮਾਨ ਸੀ ਉਹਨਾਂ ਨੂੰ ਉੱਧਰਲੇ ਪੰਜਾਬ ਦੇ ਵਿੱਚ, ਉੱਧਰਲੇ ਪਾਕਿਸਤਾਨ ਦੇ ਵਿੱਚ ਜਾਣਾ ਪਿਆ ਸੀ। ਮਿੱਲਾਂ ਵਾਲਿਆਂ ਦੇ ਮਜ਼ਦੂਰ ਤੇ ਇਹਨਾਂ ਸਾਰਿਆਂ ਦੀ ਥਾਂ ਨਵੇਂ ਲੋਕਾਂ ਨੇ ਆ ਕੇ ਲੈ ਲਈ ਸੀ। ਮਾਲਕ ਵੀ ਨਵੇਂ ਆ ਗਏ ਤੇ ਇਹਨਾਂ ਮਿੱਲਾਂ ਦੇ ਜਿਹੜੇ ਮਜ਼ਦੂਰ ਉਹ ਵੀ ਨਵੇਂ ਆ ਗਏ। ਇਹ ਨਵੇਂ ਲੋਕ ਕਿਸ ਤਰ੍ਹਾਂ ਦੇ ਸਨ? ਗੰਦੇ ਜਿਹੇ, ਬੌਂਤਰੇ ਹੋਏ। ਇਹ ਬੰਦੇ ਏਦਾਂ ਲੱਗਦਾ ਸੀ ਜਿਵੇਂ ਗੰਦੇ ਹੁੰਦੇ, ਕਿਉਂਕਿ ਵਿਚਾਰਿਆਂ ਕੋਲ ਕੁਛ ਹੈ ਹੀ ਨਹੀਂ ਸੀਗਾ। ਕਰਨ ਵੀ ਤਾਂ ਕੀ ਕਰਨ, ਉਹ ਤਾਂ ਆਊਟਲੇ ਜਿਹੇ ਲੱਗਦੇ ਸੀਗੇ, ਉਹ ਤਾਂ ਆਪਣੇ ਆਪ ਦੇ ਵਿੱਚ ਹੀ ਉਖੜੇ ਜਿਹੇ ਲੱਗਦੇ ਸੀਗੇ। ਪੁਰਾਣੇ ਲੋਕਾਂ ਵਿੱਚ ਘੁਲ ਮਿਲ ਨਹੀਂ ਸਕਦੇ ਸਨ। ਜਿਹੜੇ ਹੁਣ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਦੇ ਉੱਪਰ ਬੰਦਾ ਜਾਂਦਾ, ਉੱਥੋਂ ਦੀ ਭਾਸ਼ਾ ਦੇ ਵਿੱਚ ਹੀ ਬੜਾ ਅੰਤਰ ਹੈ। ਜਿਹੜੇ ਪਾਕਿਸਤਾਨ ਤੋਂ ਉਖੜ ਕੇ ਆਏ ਸੀ ਇੱਧਰ ਦੇ ਲੋਕ ਆਪਣੇ, ਉਹਨਾਂ ਦੀ ਭਾਸ਼ਾ ਅੱਜ ਵੀ ਜੇਕਰ ਸੁਣੋ ਨਾ, ਤੁਹਾਨੂੰ ਲੱਗੂਗਾ ਕਿ ਲਹਿੰਦੀ ਦਾ ਪ੍ਰਭਾਵ ਆ ਉਹਨਾਂ ਦੀ ਭਾਸ਼ਾ ਦੇ ਉੱਪਰ। ਤੇ ਜਿਹੜੇ ਸਾਡੇ ਇੱਧਰੋਂ ਮਾਲਵੇ ਦੇ ਵਿੱਚ ਉੱਧਰ ਗਏ, ਉਹਨਾਂ ਦੇ ਉੱਪਰ ਮਲਵਈ ਦਾ ਸੀਗਾ। ਉਹਨਾਂ ਨੂੰ ਐਂ ਨਹੀਂ ਲੱਗਦਾ ਸੀਗਾ ਕਿ ਇਹ ਬੋਲੀ ਸਾਡੀ ਹੈ। ਸਾਡੀ ਪੰਜਾਬੀ ਦੇ ਵਿੱਚ ਵੀ ਤਾਂ ਉਪਭਾਸ਼ਾਵਾਂ ਹੈਗੀਆਂ ਨਾ। ਉਪਭਾਸ਼ਾ ਜਦੋਂ ਦੂਜੀ ਉਪਭਾਸ਼ਾ ਦੇ ਵਿੱਚ ਜਾ ਕੇ ਬੋਲੀ ਜਾਂਦੀ, ਥੋੜੀ ਜਿਹੀ ਅਨੋਖੀ ਲੱਗਦੀ ਹੈ। ਇਸੇ ਤਰ੍ਹਾਂ ਦੇ ਨਾਲ ਲੇਖਕ ਇਹ ਗੱਲ ਕਹਿ ਰਿਹਾ। ਕੀ ਕਹਿੰਦਾ ਵੀ ਇਹ ਲੋਕ ਘੁਲ ਮਿਲ ਨਹੀਂ ਸਕਦੇ ਸੀਗੇ। ਸਲਾਮਾ ਲੈਕਮ ਆਖ ਕੇ ਕੋਲ ਬੈਠ ਕੇ ਗੱਲਬਾਤ ਨਹੀਂ ਕਰਦੇ ਸਨ। ਕੋਲ ਬਹਿ ਜਾਂਦੇ ਸੀ ਵਿਚਾਰੇ। ਇੱਕ ਵਾਰੀ ਜੇ ਆਪਾਂ ਇੱਧਰ ਸਤਿ ਸ੍ਰੀ ਅਕਾਲ ਕਰਦੇ ਹਾਂ, ਉੱਧਰ ਸਲਾਮਾ ਲੈਕਮ ਮੁਸਲਮਾਨ ਇੱਕ ਦੂਜੇ ਨੂੰ ਜਦੋਂ ਮਿਲਦੇ ਕਹਿੰਦੇ ਆ। ਸਗੋਂ ਬੂਹੇ ਵਿੱਚ ਖਲੋ ਕੇ ਝਾਕਦੇ ਰਹਿੰਦੇ। ਜੇ ਕਵਾਓ ਵੀ ਨਾ ਤਾਂ ਵੀ ਨਾ ਕੁੰਦੇ, ਜੇ ਉਹਨਾਂ ਨੂੰ ਬੁਲਾਓ ਫੇਰ ਵੀ ਨਹੀਂ ਉਹ ਬੋਲਦੇ ਸੀਗੇ। ਬਹੁਤ ਔਖੇ ਢੰਗ ਦੇ ਨਾਲ ਉਹ ਬੋਲਦੇ ਸੀ, ਕਿਉਂਕਿ ਉਹਨਾਂ ਦੇ ਮਨਾਂ ਦੇ ਵਿੱਚ ਬੜਾ ਸੰਤਾਪ ਸੀਗਾ। ਦੇਖਿਆ ਉਹਨਾਂ ਨੇ, ਉਹਨਾਂ ਦੇ ਮਨਾਂ ਦੇ ਵਿੱਚ ਬੜਾ ਦੁੱਖ ਸੀਗਾ, ਉਹਨਾਂ ਨੇ ਜਿਹੜਾ ਦੇਖਿਆ ਸੀਗਾ। ਇਹਨਾਂ ਲੋਕਾਂ ਨੇ ਤੇ ਪਿੰਡਾਂ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਸਨ। ਉਸ ਸਮੇਂ ਦੇ ਸਮਾਜ ਦੇ ਜਿਹੜੇ ਪਿੰਡ ਸੀਗੇ, ਉਸ ਸਮੇਂ ਦਾ ਜਿਹੜਾ ਸਮਾਜ ਸੀਗਾ, ਬਿਲਕੁਲ ਜੜੋਂ ਹਿੱਲ ਗਿਆ ਸੀਗਾ।
इधरों बहुत सारे लोग उखड़ के उधर गए, उधरों बहुत सारे उखड़ के लोग इधर आए। इस तरह नाल समाज पूरे का पूरा उखड़ गया ਸੀ। कहना ये लेखक ने खुद अखी देखी हुई चीज़ां। पुराने वसनीकां नूं भी अपने पिंड उपरे उपरे लगन लगे, ਜਿਹੜੇ ਪੁਰਾਣੇ ਲੋਕ ਸੀ ਨਾ ਉਹਨਾਂ ਨੂੰ ਵੀ ਆਪਣੇ ਜਿਹੜੇ ਪਿੰਡ ਆ ਉੱਪਰੇ ਉੱਪਰੇ ਲੱਗਦੇ ਸੀਗੇ, ਕਿਉਂਕਿ ਉੱਥੇ ਦੇ ਜਿਹੜੇ ਪੁਰਾਣੇ ਵਸਨੀਕ ਸੀ ਉਹ ਉਜੜ ਕੇ ਚਲੇ ਗਏ ਸੀਗੇ, ਨਵੇਂ ਵਸਨੀਕ ਆ ਗਏ ਸੀ, ਕਿਉਂਕਿ ਉਸ ਤਰ੍ਹਾਂ ਦੇ ਪਿੰਡ ਨਹੀਂ ਰਹੇ ਸਨ ਜਿਨ੍ਹਾਂ ਵਿੱਚ ਉਹ ਜੰਮੇ ਪਲੇ ਸਨ। ਉਹਨਾਂ ਦੀਆਂ ਹਵੇਲੀਆਂ ਕੋਲੋਂ ਲੰਘਦੇ ਨਹਿਰਾਂ ਰਜਵਾ ਵੀ ਬਗਾਨੇ ਹੋ ਗਏ ਸਨ। ਉਹ ਉੱਥੇ ਹੁਣ ਬੂਝੂ ਨਹੀਂ ਕਰ ਸਕਦੇ, ਧਾਰਮਿਕ ਜਿਹੜੀਆਂ ਰੋਹੀਤਾਂ ਨਹੀਂ ਕਰ ਸਕਦੇ ਸੀ। ਕਈ ਦਿਨ ਇਹਨਾਂ ਨਹਿਰਾਂ ਦਾ ਪਾਣੀ ਲਾਲ ਆਉਂਦਾ ਰਿਹਾ ਸੀ ਤੇ ਕਈ ਸਾਬਤ ਮੁਰਦੇ ਤੇ ਕਈਆਂ ਦੀਆਂ ਲੱਤਾਂ ਬਾਹਾਂ ਰੁੜਦੀਆਂ ਆਉਂਦੀਆਂ ਰਹੀਆਂ ਸਨ। 1947 ਦਾ ਜਿਹੜੇ ਲੋਕਾਂ ਨੇ ਸੰਤਾਪ ਦੇਖਿਆ, ਅੱਜ ਵੀ ਗੱਲ ਕਰਕੇ ਦੇਖ ਲਿਓ ਉਹਨਾਂ ਨਾਲ। ਬੜੇ ਔਖੇ ਟਾਈਮ ਸੀ ਵਿਦਿਆਰਥੀ ਉਹ, ਜਿਨ੍ਹਾਂ ਲੋਕਾਂ ਨੇ ਆਪਣੀਆਂ ਅੱਖਾਂ ਦੇ ਨਾਲ ਉਹ ਚੀਜ਼ਾਂ ਦੇਖੀਆਂ। ਬੜਾ ਹੀ ਵਿਚਲਿਤ ਕਰਨ ਵਾਲਾ ਮਾਹੌਲ ਸੀ ਉਹ। ਇਸ ਪਾਣੀ ਨਾਲ ਹੁਣ ਬੂਝੂ ਕਿਸ ਤਰ੍ਹਾਂ ਕੀਤਾ ਜਾ ਸਕਦਾ ਸੀ? ਉਹ ਤੇ ਆਪਣੇ ਆਵਾਣਿਆਂ ਨੂੰ ਵੀ ਇਹਨਾਂ ਵਿੱਚ ਨਹਾਉਣ ਤੋਂ ਹਟਕ ਦਿੰਦੇ ਸੀ, ਰੋਕਦੇ ਸੀ। ਅਸਲ ਵਿੱਚ ਹਰ ਸ਼ੈ ਉਲਟ ਪੁਲਟ ਹੋਈ ਪਈ ਸੀ ਤੇ ਆਪਣੀ ਪੁਰਾਣੀ ਹਾਲਤ ਵਿੱਚ ਆਉਣ ਦਾ ਚਾਰਾ ਕਰ ਰਹੀ ਸੀ। ਹਰ ਸ਼ੈ ਆਪਣੀ ਥਾਂ ਤੋਂ ਅੜਾਣ ਦੀ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਹਰ ਜਿਹੜੀ ਥਾਂ ਹੈਗੀ ਨਾ ਆਪਣੇ ਆਪ ਮੁੜ ਤੋਂ ਸਥਾਪਿਤ ਹੋਣ ਦੀ ਕੋਸ਼ਿਸ਼ ਕਰ ਰਹੀ ਸੀਗੀ। ਇਨਸਾਨ ਇੱਕ ਦੂਜੇ ਦੇ ਵਿੱਚ ਇੱਕ ਦੂਜੇ ਨਾਲ ਸੰਬੰਧ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ, ਇੱਕ ਥਾਂ ਦੇ ਉੱਪਰ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੇ ਸੀ, ਸਥਾਪਿਤ ਹੋਣ ਦੀ ਕੋਸ਼ਿਸ਼ ਕਰ ਰਹੇ ਸੀ। ਹਰ ਸ਼ੈ ਪੁਨਰ ਸਥਾਪਨ ਮੰਗਦੀ ਸੀ। ਹਰ ਸ਼ੈ ਧਰਤੀ ਦੀ ਜਿਹੜੀ ਵੀ ਸੀਗੀ ਉਹ ਪੁਨਰ ਰੂਪ ਦੇ ਵਿੱਚ ਸਥਾਪਿਤ ਹੋਣਾ ਚਾਹੁੰਦੀ ਸੀ, ਮੁੜ ਕੇ ਸਥਾਪਿਤ ਹੋਣਾ ਚਾਹੁੰਦੀ ਸੀ। ਮੁਲਕ ਤੇ ਤਬਾਹ ਹੋ ਗਿਆ ਇਹ ਗੱਭਰੂ ਜੱਟ ਨੇ ਆਪਣੇ ਆਲੇ ਦੁਆਲੇ ਦੀ ਉਜਾੜ ਵੇਖ ਕੇ ਆਪਣੇ ਬੁੱਢੇ ਪਿਓ ਨੂੰ ਕਿਹਾ। ਨੌਜਵਾਨ ਮੁੰਡਾ, ਨੌਜਵਾਨ ਗੱਭਰੂ ਇੱਕ ਤੁਰੇ ਜਾ ਰਹੇ ਆ ਦੋਨੇ, ਉਹ ਪਿਓ ਤੇ ਪੁੱਤ ਦੋਨੇ ਗੱਲਬਾਤ ਕਰ ਰਹੇ ਆ। ਉਹਦੇ ਵਿੱਚ ਮੁੰਡਾ ਜਿਹੜਾ ਆਪਣੇ ਪਿਓ ਨੂੰ ਇਹ ਗੱਲ ਕਹਿ ਰਿਹਾ। ਅੱਗੇ ਪਿਓ ਕੀ ਕਹਿੰਦਾ? ਹੋ ਤੇ ਹੱਕੀ ਗਿਆ ਏ। ਕਹਿੰਦਾ ਬਿਲਕੁਲ ਹੋ ਗਿਆ, ਬਿਲਕੁਲ ਤੂੰ ਸਹੀ ਬੋਲ ਰਿਹਾ, ਹੋ ਤੇ ਹੱਕੀ ਗਿਆ ਏ, ਪਰ ਆ ਵੇਖਾਂ ਦੁਨੀਆ ਕਿਧਰੋਂ ਥਾਂ ਥਾਈਂ ਵਹਿ ਜਾਂਦੀ ਏ ਤੇ ਸਭ ਖੈਰ ਮੇਰ ਹੋ ਜਾਏਗੀ। ਕਹਿੰਦਾ ਵੀ ਦੁਨੀਆ ਆਪਣੇ ਆਪ ਸੈੱਟ ਹੋ ਜੂਗੀ, ਥਾਂ ਥਾਂ ਹੀ ਬਹਿ ਜੂਗੀ, ਇਹਨਾਂ ਨੂੰ ਜ਼ਮੀਨਾਂ ਲਾਟ ਹੋ ਜਾਣਗੀਆਂ, ਇਹਨਾਂ ਨੂੰ ਘਰ ਲਾਟ ਹੋ ਜਾਣਗੇ, ਫਿਰ ਇੱਕ ਵਾਰੀ ਮਿਹਰ ਹੋ ਜੂਗੀ, ਫਿਰ ਦੁਨੀਆ ਉਵੇਂ ਚੱਲ ਪਊਗੀ। ਇਹ ਤੇ ਐਵੇਂ ਗੱਲਾਂ ਨੇ, ਵਹਿ ਇਹਨਾਂ ਵਿਚਾਰਿਆਂ ਕਿੱਥੇ ਜਾਣਾ ਏ, ਇਹ ਤੇ ਗਰਾਹੀ ਨਹੀਂ ਫੜ ਕੇ ਆਪਣੇ ਮੂੰਹ ਵਿੱਚ ਪਾਉਣ ਜੋਗੇ। ਕਹਿੰਦਾ ਇਹ ਤਾਂ ਬੁਰਕੀ ਤੋੜ ਕੇ ਆਪਣੇ ਮੂੰਹ ਦੇ ਵਿੱਚ ਪਾਉਣ ਜੋਗੇ ਨਹੀਂ, ਇਹ ਵਿਚਾਰੇ ਕਿੱਥੋਂ ਵਸ ਜਾਣਗੇ, ਦੂਰੀ ਯਾਰ ਕਿਵੇਂ ਵਸਾ ਲਾਂਗੇ ਆਪਣੀ ਫੈਮਲੀਆਂ, ਆਪਣੇ ਪਰਿਵਾਰ। ਨਹੀਂ ਓਏ ਕਮਲਿਆ, ਐਵੇਂ ਜਾਪਦਾ ਹੀ ਏ। ਆ ਵੇਖਾਂ ਖੱਬਲ ਹੁੰਦਾ ਏ ਪੈਲੀ ਵਿੱਚ, ਜਦੋਂ ਵਾਹੀ ਦੀ ਏ ਕੋਈ ਫਰਕ ਤੇ ਨਹੀਂ ਨਾ ਕਰੀਦਾ ਉਹਦੇ ਨਾਲ। ਸਾਰਾ ਜੜੋਂ ਪੁੱਟ ਕੇ ਪੈਲੀਓਂ ਬਾਹਰ ਸੁੱਟੀਦਾ ਏ, ਪਰ 10 ਦਿਨਾਂ ਮਗਰੋਂ ਫਿਰ ਕੋਈ ਨਾ ਕੋਈ ਤਿੜ ਫੁੱਟ ਆਉਂਦੀ ਏ ਤੇ ਮਹੀਨੇ ਮਗਰੋਂ ਇਸ ਤਰ੍ਹਾਂ ਜਾਪਦਾ ਏ ਜਿਵੇਂ ਪੈਲੀ ਕਦੀ ਕਿਸੇ ਵਾਹੀ ਹੀ ਨਹੀਂ ਹੁੰਦੀ। ਕਹਿੰਦਾ ਵੀ ਜਿਵੇਂ ਆਪਾਂ ਪੈਲੀ ਦੇ ਵਿੱਚੋਂ ਇੱਕ ਘਾਹ ਪੱਟਦੇ ਆਂ, ਖੱਬਲ ਪੱਟਦੇ ਆਂ, ਇਹ ਫਸਲ ਨੂੰ ਮਾਰਦਾ ਖੱਬਲ, ਉਹ ਪੱਟਦੇ ਆਂ, ਪੱਟ ਕੇ ਬਾਹਰ ਸੁੱਟਣ ਦੀ ਕੋਸ਼ਿਸ਼ ਕਰਦੇ ਆਂ। 10 ਦਿਨਾਂ ਬਾਅਦ ਕੋਈ ਨਾ ਕੋਈ ਤਿੜ ਫਿਰ ਫੁੱਟਿਆ ਆਉਂਦੀ ਹੈ ਤੇ ਮਹੀਨੇ ਮਗਰੋਂ ਆਉਣ ਲੱਗਦਾ ਜਿਵੇਂ ਅਸੀਂ ਤਾਂ ਇਹਦੀ ਫਸਲ ਦੀ ਗੋਡੀ ਨਹੀਂ ਕੀਤੀ ਹੁੰਦੀ। ਇਸ ਤਰ੍ਹਾਂ ਦੇ ਨਾਲ ਕਹਿੰਦਾ ਲੋਕ ਵੀ ਹੌਲੀ ਹੌਲੀ ਜੜ੍ਹਾਂ ਲਾ ਲੈਣਗੇ, ਆਪਣੀਆਂ ਤਿੜਾਂ ਲਾ ਲੈਣਗੇ, ਧਰਤੀ ਦੇ ਵਿੱਚ ਆਪਣੇ ਆਪ ਵਸ ਜਾਣਗੇ। ਅਸਲ ਵਿੱਚ ਕਿਧਰੇ ਇਸ ਬੁੱਢੇ ਦੀ ਗੱਲ ਵਿੱਚ ਸੱਚਾਈ ਦਿਸ ਰਹੀ ਸੀ। ਜਿਨ੍ਹਾਂ ਲੋਕਾਂ ਨੂੰ ਜ਼ਮੀਨ ਮਿਲ ਜਾਂਦੀ ਉਹ ਕੁਝ ਟਿਕ ਜਾਂਦੇ, ਕੱਚੀਆਂ ਅਲਾਟ ਹੋਈਆਂ ਪੈਲੀਆਂ ਉਹਨਾਂ ਦੀ ਰੂਹ ਨੂੰ ਧਰਵਾਸ ਦਿੰਦੀਆਂ। ਆਪਣੇ ਨਵਿਆਂ ਬਾੜਿਆਂ ਦੇ ਨੇੜੇ ਉਹ ਨਿੱਕੇ ਨਿੱਕੇ ਟੋਏ ਪੁੱਟ ਕੇ ਉਹਨਾਂ ਵਿੱਚ ਗੋਹਿਆਂ ਦੀ ਅੱਗ ਧੁਖਾਈ ਰੱਖਦੇ ਤੇ ਜਦੋਂ ਜੀ ਕਰਦਾ ਹੁੱਕੇ ਤੇ ਰੱਖ ਕੇ ਇਕੱਠੇ ਬੈਠ ਕੇ ਪੀਂਦੇ। ਸਹਿਜੇ ਸਹਿਜੇ ਉਹਨਾਂ ਦੀਆਂ ਮੱਝਾਂ ਦਾ ਵੀ ਤਰੋ ਲੈ ਜਾਂਦਾ, ਤਰੋ ਹੁੰਦਾ ਡਰ ਲੈ ਗਿਆ ਸੀਗਾ। ਹੌਲੀ ਹੌਲੀ ਕਹਿੰਦਾ ਉਹਨਾਂ ਨੇ ਆਪਣੀ ਜ਼ਿੰਦਗੀ ਸ਼ੁਰੂ ਕਰ ਲਈ ਸੀ। ਜਿਹੜੀ ਵੀ ਜਗ੍ਹਾ ਦੇ ਉੱਪਰ ਬਹਿੰਦੇ ਸੀ ਧਰਤੀ ਦੇ ਵਿੱਚ ਹੀ ਚੁੱਲ੍ਹਾ ਪੱਟ ਕੇ ਉੱਥੇ ਥੋੜਾ ਬਹੁਤਾ ਖਾਣ ਪੀਣ ਵੀ ਬਣਾ ਲੈਂਦੇ, ਆਪਣਾ ਅੱਗ ਮਚਾ ਲੈਂਦੇ, ਅੱਗ ਮਚਾ ਕੇ ਫਿਰ ਉਹ ਹੁੱਕੇ ਪੀਣੇ ਸ਼ੁਰੂ ਕਰ ਦਿੰਦੇ। ਇਸ ਤਰ੍ਹਾਂ ਦੇ ਨਾਲ ਇੱਕ ਵਾਰੀ ਉਹ ਉੱਥੇ ਸਥਾਪਿਤ ਹੋਣ ਦੀ ਕੋਸ਼ਿਸ਼ ਕਰਨ ਲੱਗ ਪਏ ਸੀ। ਬਾੜਿਆਂ ਦੇ ਅੰਦਰ ਉਹ ਵਣਾਂ ਦੀਆਂ ਟਾਹਣੀਆਂ ਨਾਲ ਆਪਣੇ ਸਿੰਘਾਂ ਵਿਚਲੇ ਥਾਂ ਖੁਰਕ ਕਰਦੀਆਂ ਤੇ ਕਦੀ ਮੌਜ ਵਿੱਚ ਆਈਆਂ ਆਪਣੇ ਪਿੰਡੇ ਨੂੰ ਬਾੜੇ ਦੀਆਂ ਕੰਧਾਂ ਨਾਲ ਕਸਰਦੀਆਂ। ਜਦੋਂ ਤਹਿਸੀਲਦਾਰਾਂ ਜਾਂ ਕੋਈ ਹੋਰ ਅਫਸਰ ਇਹਨਾਂ ਲੋਕਾਂ ਦੇ ਨਵੇਂ ਪਿੰਡ ਵਿੱਚ ਆਉਂਦਾ ਤਾਂ ਇਹਨਾਂ ਵਿੱਚੋਂ ਕਈ ਆਪਣੇ ਆਪ ਨੂੰ ਪੰਚ ਜ਼ਾਹਰ ਕਰਨ ਦੀ ਕੋਸ਼ਿਸ਼ ਕਰਦੇ। ਕਈ ਲੋਕ ਆਪਣੇ ਆਪ ਨੂੰ ਪ੍ਰਧਾਨ
ਲੀਡਰ ਦੇ ਤੌਰ ਦੇ ਉੱਪਰ ਪੇਸ਼ ਕਰਦੇ। ਉੱਥੋਂ ਹੀ ਲੀਡਰੀਆਂ ਨਿਕਲਦੀਆਂ, ਉੱਥੋਂ ਹੀ ਫਿਰ ਅੱਗੇ ਉਹ ਆਪਣੇ ਆਪ ਸਮਾਜ ਦੇ ਪ੍ਰਤੀਨਿਧ ਬਣਨ ਦੀ ਕੋਸ਼ਿਸ਼ ਕਰਦੇ ਸੀ। ਪਿੰਡ ਦੇ ਸਾਂਝੇ ਦੁੱਖ ਤਕਲੀਫਾਂ ਉਸ ਤਹਿਸੀਲਦਾਰ ਨੂੰ ਸੁਣਾਉਂਦੇ ਤੇ ਇਸ ਤਰ੍ਹਾਂ ਸਾਰੇ ਲੋਕਾਂ ਦੀ ਪ੍ਰਤੀਨਿਧਤਾ ਕਰਕੇ ਪਿੰਡ ਵਿੱਚ ਆਪਣੀ ਲੀਡਰੀ ਦਾ ਮੁੱਢ ਬਣਦੇ। ਸਧਾਰਨ ਜਿਹੀਆਂ ਗੱਲਾਂ ਨਾਲ ਅਰਥਾਤ ਲੋਕਾਂ ਨੂੰ ਪਿਛਾਂਹ ਬਿਠਾ ਕੇ ਸਿਰਫ ਇੱਕ ਆਦਮੀ ਬੋਲੇ, ਇਹ ਗੱਲਾਂ ਉਹਨਾਂ ਦੀ ਪ੍ਰਤੀਨਿਧਤਾ ਕਰਨ ਲੱਗ ਜਾਂਦੇ ਤੇ ਅਫਸਰ ਦੇ ਸਾਹਮਣੇ ਕਹਿੰਦੇ ਭਾਈ ਵੀ ਕੋਈ ਬੰਦਾ ਗੱਲ ਕਰੂਗਾ, ਕਹਿ ਕੇ ਅਫਸਰ ਨੂੰ ਹੁੱਕਾ ਪਾਣੀ ਪੁੱਛ ਕੇ ਉਹ ਉਸ ਦਾ ਧਿਆਨ ਆਪਣੇ ਵੱਲ ਖਿੱਚਦੇ ਤੇ ਅਫਸਰ ਦਾ ਧਿਆਨ ਆਪਣੇ ਵੱਲ ਚੱਲੇ ਵੀ ਇਸ ਸਮੁੱਚੇ ਜਿਹੜਾ ਲਾਣਾ ਹੈਗਾ, ਸਮੁੱਚੇ ਲੋਕ ਹੈਗੇ ਇਹ ਟੋਲੀ ਦੇ ਮਾਲਕ ਅਸੀਂ ਆ, ਅਸੀਂ ਇਹਨਾਂ ਦੇ ਹੈਡਾਂ, ਅਸੀਂ ਗੱਲ ਕਰ ਸਕਦੇ ਹਾਂ। ਇਹ ਗੱਲਾਂ ਦੱਸਦੀਆਂ ਸਨ ਕਿ ਇਹ ਧੱਕੇ ਨੇ ਵੀ ਉਹਨਾਂ ਨੂੰ ਅਸਲੋਂ ਠੰਡਾ ਨਹੀਂ ਸੀ ਕੀਤਾ। ਐਡੀ ਵੱਡੀ ਘਟਨਾ ਵਾਪਰ ਗਈ ਸੀ, ਐਡਾ ਵੱਡਾ ਜਿਹੜਾ ਉਹਨਾਂ ਨਾਲ ਹਾਲਾਤਾਂ ਨੇ ਮਾੜੀ ਕੀਤੀ ਸੀਗੀ, ਫਿਰ ਵੀ ਕਹਿੰਦਾ ਕਿ ਉਹ ਇਹਨਾਂ ਹਾਲਾਤਾਂ ਦੇ ਵਿੱਚੋਂ ਆਪਣੇ ਆਪ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਸੀ। ਇਹੋ ਜਿਹੇ ਉੱਜੜ ਰਹੇ ਵਸ ਰਹੇ ਪਾਕਿਸਤਾਨ ਵਿੱਚ ਮੈਂ ਭਾਰਤ ਸਰਕਾਰ ਵੱਲੋਂ ਲੈ ਜਾਣ ਅਫਸਰ ਮੁਕਰਰ ਹੋਇਆ। ਕਹਿੰਦਾ ਵੀ ਇਸ ਤਰ੍ਹਾਂ ਮੈਂ ਪੈਦਾ ਭਾਰਤ ਵੱਲੋਂ ਇੱਕ ਅਫਸਰੀ ਦੇ ਤੌਰ ਦੇ ਉੱਪਰ ਗਿਆ ਸੀ, ਪਾਕਿਸਤਾਨ ਦੇ ਵਿੱਚ ਲੈ ਜਾਣ ਅਫਸਰ ਦੇ ਤੌਰ ਤੇ ਮੁਕਰਰ ਹੋਇਆ ਸੀ। ਮੇਰੀ ਡਿਊਟੀ ਲੱਗੀ ਸੀ, ਜਿਹੜੀਆਂ ਔਰਤਾਂ ਉੱਧਰ ਰਹਿ ਗਈਆਂ ਸੀ ਜਾਂ ਧੱਕੇ ਨਾਲ ਰੱਖੀਆਂ ਗਈਆਂ ਸੀਗੀਆਂ, ਉਹਨਾਂ ਔਰਤਾਂ ਨੂੰ ਛੁਡਾ ਕੇ ਵਾਪਸ ਲਿਆਉਣਾ ਮੇਰਾ ਕੰਮ ਸੀ। ਮੇਰਾ ਕੰਮ ਧੱਕੋ ਧੱਕੇ ਉਧਾਲੀਆਂ ਇਸਤਰੀਆਂ ਤੇ ਬਦੋ ਬਦੀ ਮੁਸਲਮਾਨ ਬਣਾਏ ਟੱਬਰਾਂ ਨੂੰ ਛੁਡਾ ਕੇ ਵਾਪਸ ਹਿੰਦੁਸਤਾਨ ਅਪਣਾਉਣ ਦਾ ਸੀ। ਹਿੰਦੁਸਤਾਨੀ ਫੌਜ ਦਾ ਇੱਕ ਦਸਤਾ ਪਾਕਿਸਤਾਨੀ ਸਪੈਸ਼ਲ ਪੁਲਿਸ ਦੇ ਕੁਝ ਸਿਪਾਹੀ ਮੇਰੀ ਸਹਾਇਤਾ ਲਈ ਸਨ। ਕਹਿੰਦਾ ਇਧਰੋਂ ਭਾਰਤ ਦੇ ਵਿੱਚੋਂ ਕੁਝ ਫੌਜੀ ਦਸਤੇ ਮੇਰੇ ਨਾਲ ਗਏ ਹੋਏ ਸੀਗੇ ਤੇ ਪਾਕਿਸਤਾਨੀ ਫੌਜ ਸਾਡੀ ਮਦਦ ਕਰ ਰਹੀ ਸੀ। ਹੋਰ ਗੁੰਮ ਹੋਈਆਂ ਚੀਜ਼ਾਂ ਦੇ ਭਾਲਣ ਦਾ ਕੰਮ ਔਖਾ ਵੀ ਸੀ ਤੇ ਸੌਖਾ ਵੀ। ਕਦੀ ਕਦੀ ਤੇ ਕੋਈ ਕੁੜੀ ਥੋੜੀ ਜਿਹੀ ਮਿਹਨਤ ਨਾਲ ਹੀ ਮਿਲ ਜਾਂਦੀ ਸੀ ਤੇ ਕਈ ਵਾਰੀ ਕੋਈ ਕੁੜੀ ਬਹੁਤ ਭਾਲਣ ਤੋਂ ਵੀ ਹੱਥ ਨਾ ਆਉਂਦੀ। ਪਾਕਿਸਤਾਨੀ ਪੁਲਿਸ ਵਾਲੇ ਉਹਨਾਂ ਨੂੰ ਮੁੜਾਉਣ ਵਿੱਚ ਉਹ ਇਸ ਨੂੰ ਬਰਾਮਦ ਕਰਨਾ ਆਖਦੇ ਸਨ। ਥੋੜੀ ਬਹੁਤੀ ਸਹਾਇਤਾ ਕਰ ਦਿੰਦੇ ਪਰ ਆਪ ਪਤਾ ਘੱਟ ਵੱਧ ਹੀ ਦਿੰਦੇ। ਫਿਰ ਵੀ ਜਦ ਕਦੀ ਉਹ ਦਿਲੋਂ ਹੋ ਕੇ ਨਾਲ ਤੁਰ ਪੈਂਦੇ ਤਾਂ ਕੰਮ ਅਸਲੋਂ ਸੌਖਾ ਹੋ ਜਾਂਦਾ ਸੀ। ਵਿਦਿਆਰਥੀਓ, ਜਦੋਂ ਵੀ ਕੋਈ ਉਥਲ ਪੁਥਲ ਹੁੰਦੀ ਹੈ, ਜਦੋਂ ਸਮਾਜ ਦੇ ਵਿੱਚ ਅਰਾਜਕਤਾ ਫੈਲਦੀ ਹੈ, ਸਭ ਤੋਂ ਵੱਧ ਜਿਹੜਾ ਦੁਖਾਂਤ ਆ ਉਹ ਔਰਤ ਭੋਗਦੀ ਹੈ। ਇੱਕ ਲੜਾਈ ਦੇ ਮੈਦਾਨ ਦੇ ਵਿੱਚ ਇੱਕ ਫੌਜੀ ਜਿਹੜਾ ਸ਼ਹੀਦ ਹੁੰਦਾ ਹੈ, ਉਹਦੇ ਪਿੱਛੇ ਉਹਦੀ ਮਾਂ, ਉਹਦੀ ਭੈਣ, ਉਹਦੀ ਪਤਨੀ ਕਿਸ ਤਰ੍ਹਾਂ ਦੁਖੀ ਹੁੰਦੀ ਹੈ ਜਾਂ ਉਹਦੀ ਧੀ ਕਿਵੇਂ ਦੁਖੀ ਹੁੰਦੀ ਹੈ, ਇਹ ਤਾਂ ਉਹ ਪਰਿਵਾਰ ਹੀ ਦੱਸ ਸਕਦਾ ਹੈ। ਜਦੋਂ ਇਸ ਤਰ੍ਹਾਂ ਦੀ ਉਥਲ ਪੁਥਲ ਹੁੰਦੀ ਹੈ, ਮਰਦ ਲੋਕ ਮਰ ਜਾਂਦੇ ਆ, ਔਰਤ ਨੂੰ ਉਹਦੇ ਰਹਿਮੋ ਕਰਮ ਤੇ ਛੱਡ ਦਿੱਤਾ ਜਾਂਦਾ, ਔਰਤ ਦੀ ਇੱਜ਼ਤ ਲੁੱਟੀ ਜਾਂਦੀ ਹੈ, ਔਰਤ ਨੂੰ ਧੱਕੇ ਨਾਲ ਆਪਣੇ ਘਰਾਂ ਦੇ ਵਿੱਚ ਵਸਾਇਆ ਜਾਂਦਾ ਹੈ। ਇਹ ਭਾਰਤ ਪਾਕਿਸਤਾਨ ਦੀ ਜਿਹੜੀ ਵੰਡ ਹੋਈ ਸੀ, ਉਦੋਂ ਬਹੁਤ ਸਾਰੀਆਂ ਔਰਤਾਂ ਦੇ ਨਾਲ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਸੀਗੀਆਂ ਤੇ ਲੇਖਕ ਕਹਿੰਦਾ ਮੇਰੀ ਇੱਕ ਡਿਊਟੀ ਲੱਗੀ ਸੀਗੀ, ਇਹ ਜਿਹੜੀਆਂ ਧੱਕੇ ਨਾਲ ਵਸਾਈਆਂ ਹੋਈਆਂ ਔਰਤਾਂ ਹੈ ਉਹਨਾਂ ਨੂੰ ਵਾਪਸ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਲਿਆਉਣਾ ਉਹਦੀ ਜ਼ਿੰਮੇਵਾਰੀ ਸੀ। ਇਸ ਵੇਰ ਦੀ ਇਹ ਗੱਲ ਹੈ, ਕਹਿੰਦਾ ਇਹ ਜਿਹੜੀ ਘਟਨਾ ਜਿਹੜੀ ਮੈਂ ਸੁਣਾ ਰਿਹਾ ਤੁਹਾਨੂੰ, ਇਹ ਘਟਨਾ ਇਸ ਤਰ੍ਹਾਂ ਦੀ ਹੈ। ਕਹਿੰਦਾ ਉਦੋਂ ਇਲਾਕੇ ਦਾ ਥਾਣੇਦਾਰ ਨਾ ਕੇਵਲ ਮੇਰੇ ਨਾਲ ਹੀ ਤੁਰਿਆ, ਸਗੋਂ ਉਧਾਲੀ ਹੋਈ ਇਸਤਰੀ ਦਾ ਪਤਾ ਵੀ ਮੈਨੂੰ ਉਸੇ ਨੇ ਹੀ ਦੱਸਿਆ। ਇਹ ਵੀ ਦੱਸਿਆ ਕਿ ਇਹ ਇਸਤਰੀ ਉਸੇ ਥਾਣੇ ਦੇ ਇੱਕ ਪਿੰਡ ਦੇ ਨੰਬਰਦਾਰ ਦੀ ਨੂੰਹ ਹੈ ਜਿਸ ਪਿੰਡ ਵਿੱਚ ਅਸਾਂ ਜਾਣਾ ਸੀ। ਉਹ ਪਿੰਡ ਪੱਕੀ ਸੜਕ ਤੋਂ ਬੜੀ ਦੂਰ ਸੀ, ਪੱਕੀ ਸੜਕ ਤੋਂ ਕਾਫੀ ਦੂਰ ਸੀਗਾ। ਢੇਰ ਚਿਰ ਅਸੀਂ ਕੱਚੀਆਂ ਸੜਕਾਂ ਤੇ ਪੈਹਾਂ ਤੋਂ ਖੱਜਲ ਖੁਆਰ ਹੁੰਦੇ ਰਹੇ। ਪੈਹਾਂ ਹੁੰਦੀਆਂ ਜਿਹੜੇ ਰਾਹ ਜਾਂਦੇ ਆ, ਕੱਚੇ ਰਾਹ, ਉਹਨਾਂ ਤੋਂ ਖੱਜਲ ਖੁਆਰ ਹੁੰਦੇ ਅਸੀਂ ਉਸ ਪਿੰਡ ਪੁੱਜੇ। ਜਦ ਅਸੀਂ ਪਿੰਡ ਆਪੜੇ ਤਾਂ ਪਿੰਡ ਦੇ ਚੌਧਰੀ ਥਾਣੇਦਾਰ ਦੇ ਸਵਾਗਤ ਲਈ ਇਕੱਠੇ ਹੋ ਗਏ। ਪਾਕਿਸਤਾਨ ਵਿੱਚ ਉਸ ਵੇਲੇ ਸਰਕਾਰ ਦਾ ਬੜਾ ਰੋਹਬ ਸੀ। ਇਹ ਉਸ ਸਮੇਂ ਦੀ ਗੱਲ ਹੈ ਜਦੋਂ ਕਹਿੰਦਾ ਸਰਕਾਰ ਦੀ ਮੰਨੀ ਜਾਂਦੀ ਸੀ, ਸਰਕਾਰ ਦਾ ਰੋਹਬ ਹੁੰਦਾ ਸੀ। ਵਰਤਮਾਨ ਯੁੱਗ ਦੇ ਵਿੱਚ ਫੌਜ ਦਾ ਜ਼ਿਆਦਾ ਰੋਹਬ ਹੈ, ਪਾਕਿਸਤਾਨੀ ਸਰਕਾਰ ਦਾ ਘੱਟ ਰੋਹਬ ਹੈ। ਇਹ ਗੱਲ ਕਿਸੇ ਨਾ ਕਿਸੇ ਢੰਗ ਦੇ ਨਾਲ ਕਹਾਣੀਕਾਰ ਨੇ ਕਹਿ ਦਿੱਤੀ ਹੈ ਕਹਾਣੀ ਦੇ ਵਿੱਚ। ਥਾਣੇਦਾਰ ਨੇ ਉਸ ਇਸਤਰੀ ਦਾ ਪਤਾ ਪੁੱਛਿਆ ਤਾਂ ਉਹਨਾਂ ਚੌਧਰੀਆਂ ਨੇ ਝੱਟ ਉਸਨੂੰ ਇੱਕ ਕੋਠਾ ਵਿਖਾ ਦਿੱਤਾ। ਕਹਿੰਦਾ ਵੀ ਇੱਕ ਕੋਠਾ ਦਿਖਾਤਾ ਉਹਨਾਂ ਨੇ ਜਦੋਂ ਉਹਨਾਂ ਦਾ ਪਤਾ ਪੁੱਛਿਆ ਗਿਆ। ਠੀਕ ਹੈ ਨਾ। ਸੋ ਵਿਦਿਆਰਥੀਓ, ਕਹਾਣੀਕਾਰ ਬੜੇ ਹੀ ਭਾਵਪੂਰਨ ਢੰਗ ਦੇ ਨਾਲ ਆਪਣੀ ਇਸ ਕਹਾਣੀ ਦੇ ਵਿੱਚ ਇਹ ਚੀਜ਼ ਦੱਸ ਰਿਹਾ ਕਿ ਕਿਸ ਤਰ੍ਹਾਂ ਇੱਕ ਜਿਹੜੀ ਔਰਤ ਸੀਗੀ ਉਹਨੂੰ ਲੱਭਣ ਦੀ ਅਸੀਂ ਕੋਸ਼ਿਸ਼ ਕਰ ਰਹੇ ਸੀਗੇ ਤੇ ਸਾਡੀ ਪਹੁੰਚਦੇ ਅਸੀਂ ਕਿਤੇ ਨਾ ਕਿਤੇ ਇੱਕ ਜਗ੍ਹਾ ਦੇ ਉੱਪਰ ਪਹੁੰਚ ਗਏ ਸੀ। ਉੱਥੇ ਦੇਖਿਆ ਕਿ ਇੱਕ ਔਰਤ ਇਕੱਲੀ ਪਈ ਸੀਗੀ। ਮੈਂ ਕਹਿੰਦਾ ਇਕੱਲਾ ਉਹਦੇ ਕੋਲ ਚਲਿਆ ਗਿਆ ਤੇ ਇਹ ਕੋਈ 3 ਮੰਜਿਆਂ ਦਾ ਕੱਚਾ ਕੋਠਾ ਸੀਗਾ, ਛੱਤਿਆ ਹੋਇਆ ਜਿਹੜਾ ਸੀਗਾ, ਔਰ 3 ਮੰਜੇ ਤੋਂ ਭਾਵੇਂ ਕਿ 3 ਮੰਜੇ ਉਹਦੇ ਚ ਰਹਿੰਦੇ ਸੀਗੇ ਤਕਰੀਬਨ।
10-12 ਫੁੱਟ ਲੰਬਾ, 10-12 ਫੁੱਟ ਚੌੜਾ, ਇਦਾਂ ਦਾ ਕੋਈ ਕਮਰਾ ਹੋਣਾ ਹੈਗਾ। ਉਹਦੇ ਵਿੱਚ ਕਹਿੰਦੇ ਉਹ ਔਰਤ ਕੱਚੇ ਕੋਠੇ ਦੇ ਵਿੱਚ ਪਈ ਸੀਗੀ। ਇੱਕ ਪਾਸੇ ਲੱਕੜ ਦੀ ਇੱਕ ਪੜਛੱਤੀ ਤੇ ਥੋੜੇ ਜਿਹੇ ਗਲਾਸ ਕੌਲੀਆਂ ਥਾਲੀਆਂ ਪਈਆਂ ਹੋਈਆਂ ਸਨ। ਕਮਰੇ ਵਿੱਚ ਇੱਕ ਗੁੱਠੇ, ਕੁਝ ਬਿਸਤਰੇ ਤੇ ਥੋੜਾ ਜਿਹਾ ਸਮਾਨ ਵੀ ਪਿਆ ਸੀ। ਇਹ ਉਸ ਸਥਿਤੀ ਦਾ ਵਰਣਨ ਕਰਦਾ ਹੈ ਲੇਖਕ, ਜਦੋਂ ਇੱਕ ਔਰਤ ਨੂੰ ਉਹ ਇੱਕ ਔਰਤ ਦੀ ਬਰਾਮਦਗੀ ਕਰਨ ਦੇ ਲਈ ਉਹ ਬੰਦਾ ਜਾਂਦਾ ਹੈਗਾ। ਇਹ ਲੇਖਕ ਦੱਸ ਰਿਹਾ ਹੈਗਾ, ਇੱਕ ਪਿੰਡ ਦੇ ਵਿੱਚ ਕਹਿੰਦਾ ਕਿਵੇਂ ਅਸੀਂ ਗਏ ਸੀਗੇ ਖੱਜਲ ਖੁਆਰ ਹੋ ਕੇ, ਔਰ ਥਾਣੇਦਾਰ ਤੇ ਚੌਧਰੀ ਲੋਕਾਂ ਨੇ ਉੱਥੋਂ ਦੀ ਪੁਲਿਸ ਦਾ ਸਵਾਗਤ ਕੀਤਾ ਸੀਗਾ। ਪੁਲਿਸ ਦੀ ਉਦੋਂ ਪਾਕਿਸਤਾਨ ਦੇ ਵਿੱਚ ਕਾਫੀ ਰੋਹਬ ਹੁੰਦਾ ਸੀਗਾ। ਇਹ ਚੀਜ਼ਾਂ ਸਾਰੀਆਂ ਉਸ ਕਹਾਣੀ ਦੇ ਵਿੱਚ ਕਹਿ ਰਿਹਾ, ਗੱਲਾਂ ਕਰ ਰਿਹਾ ਹੈਗਾ। ਉਹ ਤੀਵੀਂ ਮੰਜੇ ਤੇ ਪਈ ਹੋਈ ਸੀ। ਕਈਆਂ ਦਿਨਾਂ ਤੋਂ ਉਸ ਨੂੰ ਬੁਖਾਰ ਹੋ ਰਿਹਾ ਸੀ। ਉਸ ਦੇ ਇੱਕ ਹੱਥ ਤੇ ਪੱਟੀਆਂ ਵੱਜੀਆਂ ਹੋਈਆਂ ਸਨ। ਸ਼ਾਇਦ ਕੋਈ ਉੱਠਿਆ ਸੀ। ਉਠਾ ਤੋਂ ਭਾਵ ਕੋਈ ਨਿਕਾਲ, ਜਿਵੇਂ ਆਪਾਂ ਕਹਿੰਦੇ ਹਾਂ ਨਿਕਾਲਾ ਨਿਕਲਿਆ ਹੋਇਆ ਸੀਗਾ ਜਾਂ ਕੋਈ ਨਿਕਾਲ ਨਿਕਲਿਆ ਹੋਇਆ ਸੀਗਾ। ਉਹ ਬਿਮਾਰ ਸੀਗੀ ਔਰਤ। ਉਸ ਵੇਲੇ ਉਹ ਡਾਢੀ ਨੜਾਲ ਜਾਪਦੀ ਸੀ ਤੇ ਅਸਲੋਂ ਹੌਲੀ ਹੌਲੀ ਬੋਲਦੀ ਸੀ। ਮੈਂ ਉਸਦੇ ਕੋਲ ਮੰਜੀ ਤੇ ਬੈਠ ਗਿਆ। ਮੰਜੀ ਤੇ ਬੈਠ ਕੇ ਮੈਂ ਉਹਨਾਂ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ। ਕੀ ਕੀਤੀਆਂ? ਕੀ ਗੱਲ ਏ? ਮੈਂ ਉਸ ਦਾ ਹਾਲ ਚਾਲ ਪੁੱਛਣ ਲਈ ਸਿੱਧਾ ਜਿਹਾ ਸਵਾਲ ਕੀਤਾ। ਤਾਪ ਚੜਦਾ ਏ 4-5ਵੇਂ ਦਿਨ ਦਾ। ਇੱਥੇ ਤੇਰੇ ਕੋਲ ਕੋਈ ਜਨਾਨੀ ਨਹੀਂ? ਨਹੀਂ, ਨੇੜੇ ਤੇੜੇ ਕੋਈ ਨਹੀਂ। ਪਹਿਲਾਂ ਜੋ ਖੋਈਆਂ ਹੋਈਆਂ ਕੁੜੀਆਂ ਤੀਵੀਆਂ ਨੂੰ ਮੈਂ ਵੇਖਿਆ ਸੀ, ਕਹਿੰਦਾ ਜਿਹੜੀਆਂ ਪਹਿਲਾਂ ਖੋਈਆਂ ਹੋਈਆਂ ਜਿਨ੍ਹਾਂ ਤੇ ਕਬਜ਼ਾ ਕੀਤਾ ਹੋਇਆ ਸੀ ਲੋਕਾਂ ਨੇ, ਔਰਤਾਂ ਨੂੰ ਉਹਨਾਂ ਦੇ ਪਰਿਵਾਰਾਂ ਤੋਂ ਨਖੇੜ ਲਿਆ ਸੀ, ਉਹਨਾਂ ਦੇ ਪਰਿਵਾਰਾਂ ਤੋਂ ਖੋਹ ਲਿਆ ਸੀ। ਪਹਿਲੇ ਜੋ ਖੋਈਆਂ ਹੋਈਆਂ ਕੁੜੀਆਂ ਤੀਵੀਆਂ ਮੈਂ ਵੇਖਿਆ ਸਾਨੂੰ, ਉਹਨਾਂ ਨਾਲੋਂ ਇਸ ਦਾ ਚਗਿਰਦਾ ਬਿਲਕੁਲ ਵੱਖਰਾ ਸੀ। ਇਹਦਾ ਵਾਤਾਵਰਨ ਬਿਲਕੁਲ ਵੱਖਰਾ ਸੀ। ਆਲਾ ਦੁਆਲਾ ਬਿਲਕੁਲ ਵੱਖਰਾ ਸੀ। ਉਹਨਾਂ ਦੇ ਦੁਆਲੇ ਬੰਦੇ ਜਨਾਨੀਆਂ ਹੁੰਦੇ ਸਨ। ਉਹ ਕਿਸੇ ਦੀ ਨਜ਼ਰ ਹੇਠ, ਕਿਸੇ ਦੀ ਰਾਖੀ ਹੇਠ ਰਹਿੰਦੀਆਂ ਸਨ ਤੇ ਇਸ ਤਰ੍ਹਾਂ ਹੀ ਮੈਨੂੰ ਵਿਖਾਈਆਂ ਜਾਂਦੀਆਂ ਸਨ। ਇਹ ਇੱਕ ਵੱਖਰੀ ਤਰ੍ਹਾਂ ਦਾ ਕਹਿੰਦਾ ਮਾਹੌਲ ਸੀਗਾ ਇਸ ਸਮੇਂ। ਮੈਨੂੰ ਇਸ ਤਰ੍ਹਾਂ ਪ੍ਰਤੀਤ ਹੋਇਆ ਜਿਵੇਂ ਇੱਕ ਕੋਠੇ ਵਿੱਚ ਇਕੱਲੀ ਹੀ ਰਹਿੰਦੀ ਸੀ ਤੇ ਲੋਕਾਂ ਨੇ ਉਸ ਨੂੰ ਆਪਣੇ ਹਾਲ ਤੇ ਹੀ ਛੱਡ ਦਿੱਤਾ ਹੋਇਆ ਸੀ। ਸਗੋਂ ਇਸ ਤੋਂ ਵੀ ਵੱਧ ਜਿਵੇਂ ਲੋਕਾਂ ਨੇ ਉਸ ਦੀ ਸਹਾਇਤਾ ਕੀਤੀ ਹੋਵੇ। ਉਸ ਦੇ ਪਿੰਡ ਦੇ ਘਰ ਵਾਲੇ ਕਿਸ ਤਰ੍ਹਾਂ ਖਤਮ ਹੋਏ, ਇਹ ਮੈਂ ਪਹਿਲਾਂ ਹੀ ਸੁਣ ਬੈਠਾ ਸੀ। ਕਹਿੰਦਾ ਮੈਂ ਜਿਹੜੀਆਂ ਪਹਿਲਾਂ ਕਹਾਣੀ ਸੁਣੀ ਸੀ ਉਹਦੇ ਚ ਪਤਾ ਲੱਗਾ ਸੀ ਵੀ ਔਰਤ ਦੇ ਜਿਹੜੇ ਪਿੰਡ, ਔਰਤ ਦਾ ਪਰਿਵਾਰ ਕਿਸ ਤਰ੍ਹਾਂ ਖਤਮ ਹੋਇਆ ਸੀਗਾ। ਫਿਰ ਦੂਸਰੀ ਵੇਰ ਉਸ ਦੇ ਮੂੰਹੋਂ ਸੁਣਨ ਦਾ ਕੋਈ ਫਾਇਦਾ ਨਹੀਂ ਸੀ। ਕਹਿੰਦਾ ਮੈਂ ਉਹਦੀ ਕਹਾਣੀ ਦੇ ਵਿੱਚ ਕੋਈ ਦਿਲਚਸਪੀ ਨਹੀਂ ਸੀ। ਮੈਨੂੰ ਤਾਂ ਦਿਲਚਸਪੀ ਇਹ ਸੀ ਕਿ ਜਿਹੜੇ ਮੌਜੂਦਾ ਹਾਲਾਤ ਹੈਗੇ ਉਹ ਕਿਸ ਤਰ੍ਹਾਂ ਦੇ ਹੈਗੇ ਆ। ਮੈਨੂੰ ਵਧੇਰੇ ਦਿਲਚਸਪੀ ਉਸ ਦੇ ਮੌਜੂਦਾ ਹਾਲਤ ਵਿੱਚ ਸੀ। ਇੱਥੇ ਰਹਿੰਦਿਆਂ ਤੈਨੂੰ ਕਿੰਨਾ ਚਿਰ ਹੋ ਗਿਆ ਏ? ਜਿਸ ਦਿਨ ਦਾ ਪਿੰਡ ਉਜੜਿਆ ਏ ਉਸ ਦਿਨ ਤੋਂ ਇੱਥੇ ਹੀ ਆ। ਇਹ ਭਾਂਡੇ ਤੇ ਕੱਪੜੇ ਤੈਨੂੰ ਕਿਸ ਦਿੱਤੇ ਨੇ? ਤੁਸੀਂ ਤੇ ਅਸਲੋਂ ਕਮਲੇ ਹੋ। ਮੈਂ ਸਮਝ ਗਿਆ ਉਹ ਇਕੱਲੀ ਨਹੀਂ ਸੀ ਤੇ ਨਾ ਹੀ ਇੱਥੇ ਪਿਆ ਸਮਾਨ ਉਸਦਾ ਆਪਣਾ ਸੀ। ਇਹ ਕੋਠੇ, ਸਮਾਨ ਤੇ ਉਸਦੇ ਨਾਲ ਜਿਸਮ ਦਾ ਮਾਲਕ ਕੇਵਲ ਅੱਖੀਂ ਨਹੀਂ ਦਿਖ ਰਿਹਾ ਸੀ। ਅਸਲ ਦੇ ਵਿੱਚ ਇਹ ਚੀਜ਼ ਦਾ ਜਿਹੜਾ ਮਾਲਕ, ਉਹ ਔਰਤ ਦਾ ਮਾਲਕ, ਜਿਸਮ ਦਾ ਮਾਲਕ ਤੋਂ ਭਾਵ ਔਰਤ ਦਾ ਮਾਲਕ, ਇਹ ਕੋਠਾ, ਇਹ ਸਮਾਨ ਸਾਰਾ, ਇਹਦਾ ਮਾਲਕ ਦਿਖ ਨਹੀਂ ਰਿਹਾ ਸੀ ਉੱਥੇ। ਇਹ ਔਰਤ ਇਕੱਲੀ ਦਿਸ ਰਹੀ ਸੀ। ਇਸ ਗੱਲ ਇੱਥੇ ਤੇ ਮੈਂ ਸਹਿਜੇ ਹੀ ਲਿਖ ਗਿਆ ਹਾਂ। ਕਹਿੰਦਾ ਇਹ ਗੱਲ ਮੈਂ ਇੱਥੇ ਲਿਖਣ ਲੱਗਿਆ ਤਾਂ ਸਹਿਜੇ ਲਿਖ ਗਿਆ, ਪਰ ਕਹਿੰਦਾ ਇਹ ਬਹੁਤ ਜ਼ਰੂਰੀ ਹੈ ਕਿ ਇਹ ਚੀਜ਼ ਨੂੰ ਚੰਗੀ ਤਰ੍ਹਾਂ ਸਮਝ ਆਏ। ਪਰ ਉਸ ਵੇਲੇ ਇਸ ਗਿਆਨ ਨੇ ਮੇਰੇ ਮਨ ਨੂੰ ਡਾਢਾ ਧੱਕਾ ਮਾਰਿਆ। ਕਹਿੰਦਾ ਉਹਦੀ ਹਾਲਤ ਦੇਖ ਕੇ ਨਾ ਮੇਰੇ ਮਨ ਬੜਾ ਦੁਖੀ ਹੋਇਆ। ਪੁਲਿਸ ਤੇ ਲੋਕਾਂ ਦੀ ਸਹਾਇਤਾ ਕਰਕੇ ਜੋ ਚੰਗੇ ਚੰਗੇ ਖਿਆਲ ਮੇਰੇ ਮਨ ਦੇ ਵਿੱਚ ਦੁਨੀਆ ਦੇ ਲੋਕਾਂ ਬਾਰੇ ਸਾਰਾ ਦਿਨ ਆਉਂਦੇ ਰਹੇ ਸਨ, ਉਹ ਸਾਰੇ ਮੈਥੋਂ ਪੱਲਾ ਛੁਡਾ ਗਏ। ਜਿਹੜੇ ਮੇਰੇ ਮਨ 'ਚ ਖਿਆਲ ਆਉਂਦੇ ਸੀ, ਮੈਂ ਲੋਕਾਂ ਦੀ ਮਦਦ ਕੀਤੀ, ਏਦਾਂ ਕੀਤਾ, ਉਹ ਕੀਤਾ, ਉਹ ਕੀਤਾ, ਸਾਰੇ ਕਹਿੰਦਾ ਮੈਥੋਂ ਪੱਲਾ ਛੁਡਾ ਕੇ ਮੈਥੋਂ ਦੂਰ ਚਲੇ ਗਏ, ਕਿਉਂਕਿ ਇਹ ਅਸਲੀਅਤ ਹੋਰ ਤਰ੍ਹਾਂ ਦੀ ਸੀਗੀ। ਕਹਿੰਦਾ ਮੇਰਾ ਮੱਥਾ ਕੌੜੀਆਂ ਅਸਲੀਅਤਾਂ ਨਾਲ ਲੱਗਾ ਹੋਇਆ ਸੀ, ਯਥਾਰਥ ਦੇ ਨਾਲ ਲੱਗਾ ਹੋਇਆ, ਸੱਚ ਦੇ ਨਾਲ ਲੱਗਾ ਹੋਇਆ ਸੀਗਾ। ਉਸ ਕੱਚੇ ਕੋਠੇ ਵਿੱਚ ਖੋਈ ਹੋਈ ਕਿਸੇ ਦੀ ਬੋਟੀ ਮੇਰੇ ਸਾਹਮਣੇ ਮੰਜੀ ਤੇ ਨੜਾਲ ਪਈ ਸੀ। ਮੇਰੀ ਨਜ਼ਰ ਵਿੱਚ ਇਨਸਾਨ ਦੇ ਜ਼ੁਲਮ ਦੀ ਉਹ ਸਭ ਤੋਂ ਕਰੜੀ ਤਸਵੀਰ ਸੀ। ਇਨਸਾਨ ਦੇ ਉੱਪਰ ਜਿਹੜਾ ਜ਼ੁਲਮ ਹੋਇਆ, ਸਭ ਤੋਂ ਉਹ ਕਹਿ ਸਕਦੇ ਅਨੋਖੀ ਤਰ੍ਹਾਂ ਦੀ ਘਟਨਾ ਸੀ, ਸਭ ਤੋਂ ਕਰੜੀ ਘਟਨਾ ਸੀ, ਸਭ ਤੋਂ ਖਤਰਨਾਕ ਜਿਹੜੀ ਤਸਵੀਰ ਮੇਰੇ ਸਾਹਮਣੇ ਪੇਸ਼ ਹੋਈ ਸੀਗੀ। ਜ਼ੁਲਮ ਦੀ ਬੋਲਦੀ ਹੋਈ ਤਸਵੀਰ ਉਹ ਔਰਤ ਦੇ ਰੂਪ ਦੇ ਵਿੱਚ ਉਸ ਮੰਜੀ ਦੇ ਉੱਪਰ ਨੜਾਲ ਹੋਈ ਪਈ ਸੀ। ਮੈਨੂੰ ਕਹਿੰਦਾ ਇਹ ਦੇਖ ਕੇ, ਸਾਰਾ ਯਥਾਰਥ ਸੱਚ ਦੇਖ ਕੇ ਮੈਨੂੰ ਬੜੀ ਸ਼ਰਮ ਮਹਿਸੂਸ ਹੋਈ। ਮੁੰਧੋਲੀ ਹੋਈ, ਖੁਆਰ ਕੀਤੀ ਹੋਈ, ਉਹ ਉੱਥੇ ਬਿਮਾਰ ਪਈ ਸੀ। ਉਸਦੀ ਜਾਤ, ਬਰਾਦਰੀ, ਪਿੰਡ, ਧਰਮ ਦਾ ਕੋਈ ਸਾਂਝੀਵਾਲ ਉੱਥੇ ਨਹੀਂ ਸੀ। ਆਹ ਬਹੁਤ ਵੱਡੀ ਗੱਲ ਕਹਿ ਗਿਆ ਰਾਈਟਰ ਇੱਥੇ। ਨਾ ਤਾਂ ਕਹਿੰਦਾ ਉੱਥੇ ਕੋਈ ਉਹਦਾ ਆਪਣਾ ਸੀ, ਨਾ ਪਰਿਵਾਰ ਦਾ ਕੋਈ ਮੈਂਬਰ ਸੀ,
ना कोई ਉਹਦੀ जात ਦਾ कोई बंदा, बरादरी ਦਾ कोई बंदा ਸੀ ਉੱਥੇ, बरादरी ਦਾ कोई इंसान ਸੀ ਉੱਥੇ, ना ਉਹਦੇ ਪਿੰਡ ਦਾ कोई इंसान ਸੀ, ना कोई धर्म ਦਾ कोई ਸਾਂਝੀਵਾਲ ਉੱਥੇ ਸੀ। ਉਹ ਕੱਲੀ ਸੀ, ਕੱਲੀ ਆਪਣੇ ਦੁੱਖਾਂ ਨਾਲ ਲੜ ਰਹੀ ਸੀ। ਇਦੋਂ ਵੱਡੀ ਗੈਰ ਮਾਨਵਵਾਦੀ ਘਟਨਾ ਕਹਿੰਦਾ ਮੈਂ ਸ਼ਾਇਦ ਜ਼ਿੰਦਗੀ 'ਚ ਨਹੀਂ ਦੇਖੀ ਸੀ। ਇਹ ਗੈਰ ਮਾਨਵਵਾਦੀ ਘਟਨਾ ਦੇਖ ਕੇ ਮੇਰਾ ਮਨ ਹਿੱਲ ਗਿਆ, ਮੇਰਾ ਦਿਲ ਹਿੱਲ ਗਿਆ, ਮੈਂ ਆਪਣੇ ਆਪ ਦੇ ਵਿੱਚ ਉਖੜ ਗਿਆ। ਕਹਿੰਦਾ ਉਸਨੂੰ ਕਦੀ ਕਿਸੇ ਇਹ ਦੱਸਿਆ ਸੀ ਕਿ ਉਹ ਵਿਛੜੇ ਹੋਏ ਆਪਣੇ ਸਾਕਾਂ ਅੰਗਾਂ ਨੂੰ ਫਿਰ ਵੀ ਮਿਲ ਸਕਦੀ ਏ। ਕਿਸੇ ਨੇ ਗੱਲ ਕੀਤੀ ਹੋਣੀ, ਤੂੰ ਮਿਲ ਸਕਦੀ ਹੈ ਭਾਈ, ਜੇ ਕੋਈ ਰੱਬ ਨੇ ਚੰਗੀ ਕੀਤੀ ਤਾਂ ਤੇਰੇ ਨਾਲ। ਜੋ ਉਸਨੂੰ ਕੋਈ ਦੱਸਦਾ ਵੀ ਤਾਂ ਉਹ ਮੰਨਣੋਂ ਨਾ ਕਰ ਦਿੰਦੀ। ਜੇ ਕਹਿੰਦਾ ਉਹਨਾਂ ਨਾਲ ਗੱਲ ਕਰਦਾ ਤੂੰ ਦੂਰੇ ਮਿਲ ਸਕਦੀ, ਉਹ ਨਾ ਕਰ ਦਿੰਦੀ। ਕਹਿੰਦੀ ਇਹ ਕਿਵੇਂ ਹੋ ਸਕਦਾ, ਮੈਂ ਤਾਂ ਇਕੱਲੀ ਹਾਂ ਇਸ ਦੁਨੀਆ ਦੇ ਉੱਪਰ, ਮੇਰਾ ਕੋਈ ਅੰਗ ਸਾਕ, ਮੇਰਾ ਐਡੇ ਵੱਡੇ ਪਾਕਿਸਤਾਨ ਦੇ ਵਿੱਚ ਕੌਣ ਹੈ ਮੇਰਾ ਆਪਣਾ ਸਖਾ। ਆਖਰ ਐਡੇ ਵੱਡੇ ਤੇ ਤਕੜੇ ਪਾਕਿਸਤਾਨ ਵਿੱਚ ਉਸਨੂੰ ਕੋਈ ਕਿਸ ਤਰ੍ਹਾਂ ਕੱਢ ਕੇ ਲਿਜਾ ਸਕਦਾ ਸੀ। ਇਸ ਗੱਲ ਤੇ ਵਿਚਾਰ ਕਰਨਾ ਹੀ ਫਜ਼ੂਲ ਸੀ। ਉਸਨੂੰ ਉਸੇ ਵੇਲੇ ਵਾਪਸ ਲਿਜਾਣ ਦਾ ਕੋਈ ਸਵਾਲ ਨਹੀਂ ਸੀ। ਪੋਹ ਮਾਘ ਦੀ ਸਰਦੀ ਵਿੱਚ ਉਸਨੂੰ ਬਿਮਾਰੀ ਦੀ ਹਾਲਤ ਵਿੱਚ ਉੱਥੋਂ ਹਿਲਾਣਾ ਠੀਕ ਨਹੀਂ ਸੀ। ਕਹਿੰਦਾ ਜੇ ਹੁਣ ਅਗਸਤ ਦੇ ਵਿੱਚ ਘਟਨਾ ਵਾਪਰੀ ਸੀ, ਭਾਰਤ ਪਾਕਿਸਤਾਨ ਦੀ ਵੰਡ ਹੋਈ ਸੀ, ਉਦੋਂ ਬਾਅਦ ਜਦੋਂ ਇਹ ਲੈਣ ਗਏ ਸੀ ਉਹਨਾਂ ਨੂੰ, ਤੇ 4-5 ਮਹੀਨੇ ਬਾਅਦ ਉਹੀ ਸਰਦੀ ਦੀ ਰੁੱਤ ਆ ਗਈ ਸੀ। ਉਹ ਲੋਕ ਹੁਣ ਉਸਨੂੰ ਗੁੰਮ ਨਹੀਂ ਕਰ ਸਕਦੇ ਸਨ, ਕਿਉਂਕਿ ਅਸਾਂ ਉਸਨੂੰ ਵੇਖ ਲਿਆ ਸੀ ਤੇ ਉਹ ਲੋਕ ਜਾਣਦੇ ਸਨ ਕਿ ਅਸਾਂ ਵੇਖ ਲਿਆ। ਕਹਿੰਦਾ ਹੁਣ ਉਹਨੂੰ ਗੁੰਮ ਵੀ ਨਹੀਂ ਕਰ ਸਕਦੇ ਸੀ, ਉਹਨੂੰ ਛੁਪਾ ਵੀ ਨਹੀਂ ਸਕਦੇ ਸੀ, ਕਿਉਂਕਿ ਅਸੀਂ ਉਹਨੂੰ ਦੇਖ ਲਿਆ ਸੀ। ਉਹ ਲੋਕ ਵੀ ਜਾਣਦੇ ਸੀ ਕਿ ਵੀ ਹਾਂ ਭਾਈ ਇਹ ਤਾਂ ਉਹਨਾਂ ਦੀ ਨਜ਼ਰ ਦੇ ਵਿੱਚ ਆ ਗਈ ਹੈ, ਉਹਨਾਂ ਦੀ ਲਿਖਤ ਦੇ ਵਿੱਚ ਆ ਗਈ ਹੈ, ਇਹਨਾਂ ਨੇ ਤਾਂ ਉਹਦਾ ਪਤਾ ਸਾਰਾ ਕੁਛ ਲਿਖ ਲਿਆ। ਚੰਗਾ ਬੀਬੀ, ਮੈਂ ਫਿਰ ਕਿਸੇ ਦਿਨ ਆਵਾਂਗਾ। ਫਿਰ ਆਉਣ ਤੋਂ ਮੇਰਾ ਮਤਲਬ ਉਸ ਨੂੰ ਉੱਥੋਂ ਵਾਪਸ ਲੈ ਜਾਣ ਤੋਂ ਸੀ, ਪਰ ਇਹ ਗੱਲ ਸ਼ਾਇਦ ਉਸਦੇ ਸੁਪਨੇ ਵਿੱਚ ਵੀ ਸੰਭਵ ਨਹੀਂ ਸੀ। ਕਹਿੰਦੀ ਉਹ ਚਾਹੁੰਦੀ ਨਹੀਂ ਸੀ ਵਾਪਸ ਜਾਣਾ, ਸੰਭਵ ਵੀ ਨਹੀਂ ਸੀ। ਤੇ ਉਹ ਹੁਣ ਮੈਨੂੰ ਕੁਐਸਚਨ ਕਰਦੀ ਹੈ ਕੁਛ, ਤੂੰ ਹੁਣ ਚਲਿਆ ਏ? ਆਹੋ, ਜਰਾ ਬਹਿ ਜਾ, ਮੇਰੀ ਗੱਲ ਸੁਣ ਜਾ। ਮੈਂ ਫਿਰ ਕੋਲ ਪਈ ਮੰਜੀ ਤੇ ਬੈਠ ਗਿਆ। ਮੇਰੀ ਤੇਰੇ ਅੱਗੇ ਇੱਕ ਅਰਜ਼ ਏ, ਜੇ ਤੂੰ ਪੂਰੀ ਕਰੇ ਤੇ ਇੱਕ ਕੰਮ ਏ ਤੇਰਾ ਗੋਚਰਾ। ਕੀ ਕੰਮ ਏ? ਕਹਿੰਦਾ ਮੇਰੇ ਨਾਲ ਗੱਲਾਂ ਕਰ ਰਹੀ ਸੀ, ਮੈਂ ਪੁੱਛਿਆ ਕੀ ਕੰਮ ਹੈ। ਇੱਥੇ ਆ ਕੇ ਵਿਦਿਆਰਥੀਓ ਸਾਰੀ ਕਹਾਣੀ ਦਾ ਨਿਚੋੜ ਕੱਢ ਰਿਹਾ ਇਸ ਪੈਰੇ ਦੇ ਵਿੱਚ। ਤੂੰ ਮੇਰਾ ਸਿੱਖ ਭਰਾ ਏ। ਕਹਿੰਦੀ ਤੂੰ ਮੇਰਾ ਸਿੱਖ ਭਰਾ ਏ, ਮੈਂ ਵੀ ਕਦੀ ਸਿੱਖ ਹੁੰਦੀ ਸੀ। ਕਿਸੇ ਟਾਈਮ ਕਹਿੰਦੀ ਮੈਂ ਸਿੱਖ ਹੁੰਦੀ ਸੀ, ਅੱਜ ਮੈਂ ਮੁਸਲਮਾਨ ਬਣ ਗਈ ਹਾਂ, ਕਿਉਂਕਿ ਮੈਨੂੰ ਇਹਨਾਂ ਨੇ ਮੇਰੇ ਪਰਿਵਾਰ ਨਾਲ ਨਖੇੜ ਦਿੱਤਾ ਸੀ ਤੇ ਮੈਨੂੰ ਮੁਸਲਮਾਨੀ ਬਣਾ ਲਿਆ ਸੀ। ਹੁਣ ਤੇ ਮੈਂ ਮੁਸਲਮਾਨ ਹੋ ਗਈ ਹਾਂ। ਇਸ ਵੇਲੇ ਇਸ ਦੁਨੀਆ ਵਿੱਚ ਮੇਰਾ ਕੋਈ ਨਹੀਂ ਹੋ, ਮੈਂ ਬੜੀ ਔਖੀ ਹਾਂ। ਤੂੰ ਮੇਰੀ ਬਾਂਹ ਫੜ। ਮੇਰੀ ਇੱਕ ਨਨਾਣ ਏ ਨਿੱਕੀ, ਰੁੜ ਗਏ ਯਾਰਾਂ ਚੱਕ ਵਾਲੇ ਲੈ ਗਏ ਹੋਏ ਨੇ। ਕਹਿੰਦੇ ਵੀ ਇੱਕ ਮੇਰੀ ਨਨਾਣ ਸੀਗੀ, ਮੈਥੋਂ ਕਾਫੀ ਨਿੱਕੀ ਸੀਗੀ, ਛੋਟੀ ਸੀਗੀ, ਉਹਦਾ ਨਾਂ ਵੀ ਨਿੱਕੀ ਹੈ, ਕਿ ਰੁੜ ਜਾਣੇ ਗਾਲ ਕੱਢੀ ਹੈ। 11 ਚੱਕ ਵਾਲੇ, ਉਧਰ ਜਿਵੇਂ ਆਪਾਂ ਪਿੰਡਾਂ ਦੇ ਨਾਂ ਲੈਂਦੇ ਹਾਂ, ਇੱਧਰ ਉਧਰ ਚੱਕਾਂ ਦੇ ਵਿੱਚ ਪਿੰਡਾਂ ਦੇ ਏਰੀਏ ਨੂੰ ਵੰਡਿਆ ਹੋਇਆ। 11 ਚੱਕ ਵਾਲੇ ਨੂੰ ਚੱਕ ਕੇ ਲੈ ਗਏ ਸੀ। ਕਹਿੰਦੀ ਉਸ ਦਿਨ ਹਮਲੇ ਵਿੱਚ ਸਭ ਤੋਂ ਵੱਡੀ ਤਾੜ ਉਹਨਾਂ ਦੀ ਸੀ ਤੇ ਉਹੀ ਉਹਨੂੰ ਲੈ ਗਏ ਨਹੀਂ। ਤੇਰੀ ਇਸ ਵੇਲੇ ਮੈਨੂੰ ਬੜੀ ਚੌਧਰ ਜਾਪਦੀ ਏ। ਤੂੰ ਉਹਨੂੰ ਇੱਥੇ ਮੇਰੇ ਕੋਲ ਲਿਆ ਦੇ। ਸਾਰੇ ਤੇਰਾ ਲਿਹਾਜ਼ ਕਰਦੇ ਨੇ, ਪੁਲਿਸ ਵਾਲੇ ਵੀ ਤੇਰੀ ਮੰਨਦੇ ਨੇ। ਮੇਰੇ ਵੱਲੋਂ ਵੀ ਉਹਨਾਂ ਨੂੰ ਤਰਲਾ ਕਰੀ, ਮੈਂ ਉਹਦੀ ਵੱਡੀ ਭਰਜਾਈ ਹਾਂ, ਮੈਂ ਉਹਨੂੰ ਹੱਥੀਂ ਪਾਲਿਆ ਏ, ਮਾਂ ਬਰੋਬਰ ਹਾਂ। ਉਹ ਮੇਰੇ ਕੋਲ ਆਵੇਗੀ, ਮੈਂ ਆਪਣੇ ਆਪ ਆਪਣੇ ਹੱਥੀਂ ਉਹਨੂੰ ਕਿਸੇ ਦੇ ਲੜ ਲਾਂਗੀ। ਮੇਰੀ ਸਾਂਝ ਵਧੇਗੀ, ਮੇਰੀਆਂ ਬਾਹੀਆਂ ਬਣਨਗੀਆਂ, ਮੈਂ ਕਿਸੇ ਨੂੰ ਆਪਣਾ ਆਖਣ ਵਾਲੀ ਬਣਾਂਗੀ। ਜਿਵੇਂ ਖੱਬਲ ਜ਼ਮੀਨ ਦੇ ਵਿੱਚ ਜੜ੍ਹਾਂ ਲਾਉਂਦਾ ਨਾ, ਤਿੜਾਂ ਲਾ ਕੇ ਅੱਗੇ ਫੈਲਦਾ, ਉਸੇ ਤਰ੍ਹਾਂ ਨਾਲ ਇਹ ਔਰਤ ਚਾਹੁੰਦੀ ਹੈ ਕਿ ਜੇ ਮੇਰੀ ਨਨਾਣ ਨੂੰ ਤੂੰ ਮੇਰੇ ਕੋਲ ਵਾਪਸ ਲਿਆ ਦੇ ਨਾ, ਮੈਂ ਉਹਨੂੰ ਖੁਦ ਵਿਆਹ ਦਿਆਂਗੀ, ਮੈਂ ਉਹਨੂੰ ਕਿਸੇ ਦੇ ਲੜ ਲਾ ਦਿਆਂਗੀ। ਜਿਹਦੇ ਲੜ ਲੱਗੂਗੀ ਉਹ ਸਾਰਾ ਪਰਿਵਾਰ ਵੀ ਤਾਂ ਮੇਰਾ ਰਿਸ਼ਤੇਦਾਰ ਬਣ ਜਾਊਗਾ। ਇੱਕ ਇਹ ਪਰਿਵਾਰ ਹੋ ਗਿਆ ਜਿੱਥੇ ਮੈਨੂੰ ਇਹਨਾਂ ਨੇ ਰੱਖਿਆ ਹੋਇਆ, ਇੱਕ ਪਰਿਵਾਰ ਉਹ ਹੋ ਜਾਊਗੀ ਜਿੱਥੇ ਉਹ ਜਾਊਗੀ। ਇਸ ਤਰ੍ਹਾਂ ਦੇ ਨਾਲ ਮੈਂ ਹੌਲੀ ਹੌਲੀ ਕਹਿੰਦੀ ਪਾਕਿਸਤਾਨ ਦੇ ਵਿੱਚ ਆਪਣਾ ਕੁਣਬਾ ਖੜਾ ਕਰ ਲੂੰਗੀ। ਜਿਵੇਂ ਖੱਬਲ ਧਰਤੀ ਦੇ ਵਿੱਚ ਜਿਹੜਾ ਲਾ ਲੈਂਦਾ ਨਾ, ਤੇ ਮਨੁੱਖ ਵੀ ਧਰਤੀ ਦੇ ਵਿੱਚ ਕਿਤੇ ਨਾ ਕਿਤੇ ਆਪਣੇ ਜਿਹੜਾ ਲਾ ਕੇ ਸਥਾਪਿਤ ਹੋਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਇਹ ਇਸ ਕਹਾਣੀ ਦਾ ਮੂਲ ਵਿਸ਼ਾ ਹੈ। ਮੇਰੀ ਸਾਂਝ ਵਧੇਗੀ, ਮੇਰੀਆਂ ਬਾਹੀਆਂ ਬਣਨਗੀਆਂ, ਮੇਰੇ ਪਰਿਵਾਰ ਵਧਣਗੇ, ਮੇਰੀਆਂ ਬਾਹੀਆਂ ਬਣਨਗੀਆਂ, ਮੈਂ ਕਿਸੇ ਨੂੰ ਆਪਣਾ ਆਖਣ ਵਾਲੀ ਬਣਾਂਗੀ। ਮੇਰੇ ਬੱਚੇ ਹੋਣਗੇ, ਮੇਰੇ ਨਨਾਣ ਦੇ ਬੱਚੇ ਹੋਣਗੇ, ਇੱਕ ਦੂਜੇ ਨਾਲ ਮਿਲਣਗੇ। ਉਹ ਇਸ ਤਰ੍ਹਾਂ ਦੇ ਨਾਲ ਸਾਡੀਆਂ ਫੈਮਲੀਆਂ ਵਧਣਗੀਆਂ। ਫਿਰ ਮੈਂ ਆਪਣੇ ਆਪ ਨੂੰ ਇਸ ਧਰਤੀ ਦੇ ਉੱਪਰ ਇਹ ਕਹਿਣ ਯੋਗ ਹੋ ਜਾਵਾਂ ਕਿ ਮੇਰਾ ਵੀ ਆਪਣਾ ਕੋਈ ਹੈਗਾ। ਉਸ ਬੁੱਢੇ ਜੱਟ ਦੀ ਗੱਲ ਮੇਰੇ ਦਿਮਾਗ ਵਿੱਚ ਚੱਕਰ ਲਾਉਣ ਲੱਗ ਪਈ। ਆਹ ਵੇਖਾਂ, ਖੱਬਲ ਹੁੰਦਾ ਏ ਪੈਲੀ ਵਿੱਚ,
ਜਦੋਂ ਵਾਹੀ ਦੀ ਏ ਕੋਈ ਕਸਰ ਤੇ ਨਹੀਂ ਨਾ ਛੱਡੀ ਦੀ, ਉਹਦੇ ਨਾਲ ਸਾਰਾ ਜੜੋਂ ਪੁੱਟ ਕੇ ਪੈਲੀਓਂ ਬਾਹਰ ਸੁੱਟ ਦੇਈਦਾ ਏ। ਪਰ 10 ਦਿਨਾਂ ਮਗਰੋਂ ਫਿਰ ਕੋਈ ਨਾ ਕੋਈ ਤਿੜ ਫੁੱਟ ਆਉਂਦੀ ਏ। ਏਡੇ ਉਜਾੜੇ ਤੋਂ ਬਾਅਦ ਵੀ ਇਨਸਾਨ ਆਪਣੇ ਆਪ ਫਿਰ ਸੈਟਲ ਹੋਣ ਦੀ ਕੋਸ਼ਿਸ਼ ਕਰਦਾ ਹੈ ਤੇ ਸਫਲਤਾਪੂਰਵਕ ਸੈਟਲ ਵੀ ਹੁੰਦਾ ਹੈ। ਸੋ ਵਿਦਿਆਰਥੀਓ, ਇਸ ਕਹਾਣੀ ਦੇ ਵਿੱਚ ਕਹਾਣੀਕਾਰ ਨੇ ਬੜੇ ਹੀ ਭਾਵਪੂਰਨ ਢੰਗ ਨਾਲ, ਬੜੇ ਹੀ ਵਧੀਆ ਢੰਗ ਦੇ ਨਾਲ ਇੱਕ ਵਿਸ਼ਾ ਲਿੱਤਾ ਹੈਗਾ, ਉਜਾੜੇ ਨਾਲ ਸੰਬੰਧਿਤ ਹੈ। ਉਜਾੜੇ ਤੋਂ ਉਜੜੇ ਹੋਏ ਲੋਕ ਹੌਲੀ ਹੌਲੀ ਕਿਸ ਤਰ੍ਹਾਂ ਵੱਸ ਰਹੇ ਹੈ, ਤੇ ਜਿਹੜੀਆਂ ਉਧਰ ਔਰਤਾਂ ਰਹਿ ਗਈਆਂ ਸੀਗੀਆਂ ਉਹ ਉਹਨਾਂ ਹਾਲਾਤਾਂ ਨੂੰ ਹੀ ਕਬੂਲ ਕਰ ਲੈਂਦੀਆਂ, ਉਹਨਾਂ ਹਾਲਾਤਾਂ ਦੇ ਵਿੱਚ ਹੀ ਰਹਿਣ ਦੇ ਲਈ ਤਿਆਰ ਹੋ ਜਾਂਦੀਆਂ, ਕਿਉਂਕਿ ਹਾਲਾਤਾਂ ਨੇ ਉਹਨਾਂ ਨੂੰ ਜਿਹੜੀ ਨਵੀਂ ਜ਼ਿੰਦਗੀ ਦਿੱਤੀ ਹੈ ਉਹਦੇ ਵਿੱਚ ਜੀਵਨ ਕੱਟੀ ਤਾਂ ਕਰਨੀ ਹੈ। ਫਿਰ ਉਹ ਚਾਹੁੰਦੀਆਂ ਹੈਗੀਆਂ ਕਿ ਜਿਹੜੀ ਸਾਡੀ ਰਿਸ਼ਤੇਦਾਰ ਔਰਤਾਂ ਹੈਗੀਆਂ ਵੱਖ-ਵੱਖ ਥਾਵਾਂ ਦੇ ਉੱਪਰ ਜੇਕਰ ਉਹਨਾਂ ਦਾ ਪਤਾ ਸੁਤਾ ਲੱਗ ਜੇ ਤਾਂ ਅਸੀਂ ਇੱਕ ਦੂਜੇ ਨਾਲ ਵਰਤਣ ਜੋਗੀਆਂ ਹੋ ਜਾਈਏ। ਇੱਕ ਪਰਿਵਾਰ ਦੇ ਵਿੱਚ ਉਖੜੀਆਂ ਹੋਈਆਂ ਔਰਤਾਂ ਜਦੋਂ ਇੱਕ ਪਰਿਵਾਰ ਦੇ ਵਿੱਚ ਇਕੱਠੀਆਂ ਹੋ ਜਾਣਗੀਆਂ, ਫਿਰ ਉਹ ਨਵੇਂ ਰਿਸ਼ਤੇ ਸਿਰਜਣਗੀਆਂ, ਫਿਰ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕਰਨਗੀਆਂ। ਇਹੋ ਹੀ ਬੇਟਾ ਇਨਸਾਨੀਅਤ ਹੈ, ਇਹੋ ਬੱਚਿਓ ਇਨਸਾਨੀਅਤ ਹੈ। ਮਾਨਵਵਾਦੀ ਤੇ ਗੈਰ ਮਾਨਵਵਾਦੀ ਦੋ ਤਰ੍ਹਾਂ ਦੇ ਲੋਕ ਹੁੰਦੇ ਆ ਦੁਨੀਆ ਦੇ ਉੱਪਰ। ਮਾਨਵਵਾਦੀ ਲੋਕ ਉਹ ਹੁੰਦੇ ਆ ਜਿਹੜੀ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਆ, ਜਿਹੜੇ ਕਿਸੇ ਦੇ ਦੁੱਖ ਦਰਦ ਦੇ ਵਿੱਚ ਖੜੇ ਹੋ ਜਾਂਦੇ ਆ। ਗੈਰ ਮਾਨਵਵਾਦੀ ਉਹ ਹੁੰਦੇ ਆ ਜਿਹੜੇ ਲੋਕ ਇਨਸਾਨੀਅਤ ਨੂੰ ਨਹੀਂ ਪਹਿਚਾਣਦੇ, ਇਨਸਾਨੀਅਤ ਨੂੰ ਉਹ ਠੈਂਗਾ ਦਿਖਾਉਂਦੇ ਆ, ਇਨਸਾਨੀਅਤ ਦਾ ਕਤਲ ਕਰਦੇ ਆ। ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਜਿਹੜੇ ਗੈਰ ਮਾਨਵਵਾਦੀ ਲੋਕ ਹੁੰਦੇ ਆ ਉਹ ਹਮੇਸ਼ਾ ਇਨਸਾਨੀਅਤ ਨੂੰ ਤੰਗ ਕਰਦੇ ਆ, ਇਨਸਾਨੀਅਤ ਨੂੰ ਦੁਖੀ ਕਰਦੇ ਆ, ਇਨਸਾਨੀਅਤ ਦੇ ਉੱਪਰ ਇੱਕ ਕਲੰਕ ਦੀ ਤਰ੍ਹਾਂ ਹੁੰਦੇ ਆ। ਇਹਨਾਂ ਉਜਾੜਿਆਂ ਦੇ ਵਿੱਚ, ਇਹਨਾਂ ਤਕਲੀਫਾਂ ਦੇ ਵਿੱਚ, ਇਸ ਤਰ੍ਹਾਂ ਦੀ ਜਿਹੜੇ ਦੁੱਖਾਂ ਦੇ ਵਿੱਚ ਉਹਨਾਂ ਲੋਕਾਂ ਨੂੰ ਕਦੇ ਕੋਈ ਯਾਦ ਨਹੀਂ ਕਰਦਾ। ਉਹਨਾਂ ਲੋਕਾਂ ਨੂੰ ਲਾਹਨਤਾਂ ਹੀ ਪੈਂਦੀਆਂ ਜਿਹੜੇ ਲੋਕ ਦੰਗਿਆਂ ਦੇ ਵਿੱਚ ਲੋਕਾਂ ਨੂੰ ਮਾਰਦੇ ਆ। ਇੱਕ ਦਿਨ ਉਹਨਾਂ ਦੀ ਆਪਣੀ ਜਿਹੜੀ ਸੋਚ ਹੁੰਦੀ ਹੈ, ਜਿਹੜੀ ਉਹਨਾਂ ਦੀ ਆਪਣੀ ਆਤਮਾ ਹੁੰਦੀ ਹੈ, ਉਹ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਲਾਹਨਤਾਂ ਪਾਉਂਦੀ ਹੈ। ਸੋ ਵਿਦਿਆਰਥੀਓ, ਅੱਜ ਦੀ ਜਿਹੜਾ ਇਹ ਸੀਗਾ ਲੈਕਚਰ ਆਪਾਂ ਇੱਥੇ ਖਤਮ ਕਰਦੇ ਹਾਂ। ਇਸ ਲੈਕਚਰ ਦੇ ਵਿੱਚ ਜਿਹੜੇ ਇਸ ਦੇ ਵਿਸ਼ੇ ਦੇ ਵਿੱਚ ਪ੍ਰਸ਼ਨ ਉੱਭਰ ਰਹੇ ਹੈਗੇ ਆ, ਕਹਾਣੀਕਾਰ ਕਿਸ ਤਰ੍ਹਾਂ ਦਾ ਹੈਗਾ, ਕਿਹੜੀ ਕਹਾਣੀ ਜਿਹੜੀ ਇਹ ਕਹਾਣੀ ਹੈ ਜਿਹੜੀ ਉਹਦਾ ਵਿਸ਼ਾ ਵਸਤੂ ਕੀ ਹੈ, ਇਸ ਦੇ ਵਿੱਚ 1947 ਨਾਲ ਸੰਬੰਧਿਤ ਜਿਹੜਾ ਉਜਾੜਾ ਹੋਇਆ ਸੀ ਉਹਦੇ ਨਾਲ ਸੰਬੰਧਿਤ ਵਿਸ਼ੇ ਨੂੰ ਚੁਣਿਆ ਹੈਗਾ ਕਹਾਣੀਕਾਰ ਨੇ। ਔਰ ਇਸ ਕਹਾਣੀ ਦੇ ਵਿੱਚ ਲੇਖਕ ਨੇ ਇੱਕ ਅਜਿਹੀ ਔਰਤ ਦੀ ਕਹਾਣੀ ਨੂੰ ਪ੍ਰਸਤੁਤ ਕੀਤਾ, ਪੇਸ਼ ਕੀਤਾ, ਜਿਹੜੀ ਪਾਕਿਸਤਾਨ ਦੇ ਵਿੱਚ ਰਹਿੰਦੀ ਹੋਈ ਵੀ ਆਪਣੇ ਹਾਲਾਤਾਂ ਨਾਲ ਸਮਝੌਤਾ ਕਰਕੇ ਨਵੇਂ ਸਿਰੇ ਤੋਂ ਆਪਣੀ ਜ਼ਿੰਦਗੀ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਅੱਜ ਦਾ ਲੈਕਚਰ ਆਪਾਂ ਇੱਥੇ ਖਤਮ ਕਰਦੇ ਹਾਂ। ਅਗਲੇ ਲੈਕਚਰਾਂ ਦੇ ਵਿੱਚ ਜਿਹੜੇ ਅਗਲੇ ਕਹਾਣੀਕਾਰ ਤੇ ਉਹਨਾਂ ਕਹਾਣੀਆਂ ਦਾ ਵਿਸ਼ੇ ਵਸਤੂ ਦੀ ਗੱਲ ਕਰਾਂਗੇ। ਤੁਸੀਂ ਧਿਆਨ ਨਾਲ ਇਸ ਲੈਕਚਰ ਨੂੰ ਸੁਣਿਓ। ਸੁਣਨ ਤੋਂ ਬਾਅਦ ਤੁਹਾਨੂੰ ਜੋ ਵੀ ਸਮਝ ਲੱਗਦੀ ਹੈ ਉਹਨੂੰ ਆਪਣੇ ਇੱਕ ਨੋਟਸ ਦੇ ਰੂਪ ਦੇ ਵਿੱਚ ਤਿਆਰ ਕਰ ਲਿਆ ਕਰੋ। ਅੱਜ ਦਾ ਵਿਸ਼ਾ ਵਿਦਿਆਰਥੀਓ ਇੱਥੇ ਹੀ ਖਤਮ ਕਰ ਰਹੇ ਹਾਂ ਅਸੀਂ। ਅੱਜ ਦਾ ਜਿਹੜਾ ਲੈਕਚਰ ਇੱਥੇ ਹੀ ਖਤਮ ਕਰ ਰਹੇ ਹਾਂ ਅਸੀਂ।